ਇਸ ਲਈ ਸਵਾਗਤ ਹੈ, ਇਹ ਲੈਕਚਰ ਨੰਬਰ 28 ਹੈ ਅਤੇ ਅੱਜ ਅਸੀਂ ਡਬਲ ਇੰਟੀਗਰੇਲਸ ਬਾਰੇ ਗੱਲ ਕਰਾਂਗੇ। ਖਾਸ ਕਰਕੇ ਅਸੀਂ ਮੁਲਾਂਕਣ ਦੇ ਕੁਝ ਸਧਾਰਨ ਮਾਮਲਿਆਂ ਵਿੱਚੋਂ ਲੰਘਾਂਗੇ ਅਤੇ ਇਸ ਤੋਂ ਪਹਿਲਾਂ ਅਸੀਂ ਦੋਹਰੇ ਇੰਟੀਗਰੇਲਸ ਅਤੇ ਉਹਨਾਂ ਦੀ ਪ੍ਰਾਪਰਟੀਜ਼ ਨੂੰ ਪੇਸ਼ ਕਰਾਂਗੇ। ਸਿੰਗਲ ਵੇਰੀਏਬਲ ਦੇ ਫੰਕਸ਼ਨਾਂ ਦਾ ਇੰਟੀਗਰਲ। ਇਸ ਲਈ ਇਸ ਤੋਂ ਪਹਿਲਾਂ ਕਿ ਅਸੀਂ ਦੋ ਵੇਰੀਏਬਲਸ ਲਈ ਪਰਿਭਾਸ਼ਿਤ ਕਰੀਏ, ਸਿਰਫ ਉਸ ਪਰਿਭਾਸ਼ਾ ਨੂੰ ਯਾਦ ਕਰੀਏ ਜੋ ਸਾਡੇ ਕੋਲ ਸਿੰਗਲ ਇੰਟੀਗਰਲਸ ਲਈ ਸੀ। ਇਸ ਲਈ ਇੰਟੀਗਰਲ a ਤੋਂ b ਇਸ f(x) dx ਨੂੰ ਇਸ ਜੋੜ ਦੀ ਲਿਮਿਟ ਦੇ ਰੂਪ ਵਿੱਚ ਪਰਿਭਾਸ਼ਿਤ ਕੀਤਾ ਗਿਆ ਸੀ ਤਾਂ ਇਹ ਜੋੜ ਕੀ ਸੀ? ਜੇ ਅਸੀਂ ਸਿਰਫ ਇਸ f(x) ਫੰਕਸ਼ਨ ਨੂੰ ਲੈਂਦੇ ਹਾਂ ਜਿਸਨੂੰ a ਤੋਂ b ਤੱਕ ਪਰਿਭਾਸ਼ਿਤ ਕੀਤਾ ਗਿਆ ਹੈ, ਇਹ x ਧੁਰਾ ਹੈ ਅਤੇ ਸਾਡੇ ਕੋਲ y ਧੁਰਾ ਹੈ। ਜੇ ਅਸੀਂ ਇਸ ਡੋਮੇਨ ਨੂੰ a ਤੋਂ b ਤੱਕ ਕਈ ਟੁਕੜਿਆਂ ਵਿੱਚ ਡਿਵਾਈਡ ਕਰਦੇ ਹਾਂ ਤਾਂ ਇੱਥੇ ਪਹਿਲਾ ਪੁਆਇੰਟ ਨੂੰ x0 ਦੁਆਰਾ ਡਿਨੋਟ ਹੋਣ ਦਿਓ, ਫਿਰ ਸਾਡੇ ਕੋਲ ਇੱਥੇ x1, x2, x3 ਅਤੇ xn-2, xn-1 ਅਤੇ xn ਹਨ। ਇਸ ਲਈ ਅਸੀਂ ਸਾਰੀ ਰੇਂਜ a ਤੋਂ b ਨੂੰ n ਇੰਟਰਵਲ ਵਿੱਚ ਵੰਡਿਆ ਹੈ ਅਤੇ ਹਰੇਕ ਇੰਟਰਵਲ ਵਿੱਚ ਅਸੀਂ ਇੱਕ ਪੁਆਇੰਟ ਲਿਆ ਹੈ। ਇਹ ਇੱਕ ਮੱਧ ਪੁਆਇੰਟ ਹੋ ਸਕਦਾ ਹੈ ਜਾਂ ਇਹ ਕੋਈ ਹੋਰ ਪੁਆਇੰਟ ਹੋ ਸਕਦਾ ਹੈ। ਇਸ ਲਈ ਇਹ ck ਪੁਆਇੰਟ ਅਤੇ ਫਿਰ ck ਇਸ ਅੰਤਰਾਲ ਵਿੱਚ x0 ਅਤੇ x1 ਦੇ ਵਿਚਕਾਰ ਹੈ ਅਤੇ ਅਸੀਂ ਫੰਕਸ਼ਨ ਦੇ ਇਸ ਪੁਆਇੰਟ ਤੇ ਵੈਲਿਊ ਲੈਂਦੇ ਹਾਂ ਜੋ ਇੱਥੇ fck ਹੈ ਅਤੇ ਮਲਟੀਪਲਾਈ ਬਾਏ ਇਸ ਡੈਲਟਾ x। ਇਹ ਸਾਡੇ ਨੋਟੇਸ਼ਨ ਵਿੱਚ ਡੈਲਟਾ x1 ਹੈ ਅਤੇ ਇਹ c1 ਹੈ ਕਿਉਂਕਿ ਇਹ ਪਹਿਲਾ ਇੰਟਰਵਲ ਹੈ ਅਤੇ ਇਹ f(x) fc1 ਹੋਵੇਗਾ ਅਤੇ ਅਸੀਂ ਹੁਣ ਇਸ ਪ੍ਰੋਡਕਟ ਦਾ ਸੰਖੇਪ ਕਰ ਰਹੇ ਹਾਂ। ਇਸ ਲਈ ਇਹ ਪ੍ਰੋਡਕਟ ਕੀ ਹੈ? ਇਹ ਪ੍ਰੋਡਕਟ ਇਸ ਰੈਕਟੈਂਗਲ ਦੇ ਏਰੀਆ ਨੂੰ ਇੱਥੇ ਦੇਵੇਗਾ। ਇਸ ਲਈ ਇਹ ਚੌੜਾਈ x1 ਮਾਈਨਸ x0 ਜੋ ਡੈਲਟਾ x1 ਹੈ ਅਤੇ ਉਚਾਈ ਨਾਲ ਗੁਣਾ ਕਰੋ ਜੋ fc1 ਹੈ ਅਤੇ ਫਿਰ ਅਸੀਂ ਇਹਨਾਂ ਸਾਰੇ ਕੇਸਾਂ ਨੂੰ ਜੋੜ ਰਹੇ ਹਾਂ। ਇਸ ਲਈ ਇਹ ਸਾਰੇ ਰੈਕਟੈਂਗਲਸ। ਇਸ ਲਈ ਸਾਨੂੰ ਅੰਤ ਵਿੱਚ ਸੀਮਤ ਰਕਮ ਵਿੱਚ ਇਹਨਾਂ ਰੈਕਟੈਂਗਲਸ ਦਾ ਏਰੀਆ ਮਿਲੇਗਾ। ਪਰ ਜਦੋਂ ਅਸੀਂ ਸੀਮਾਵਾਂ ਨੂੰ ਲੈ ਰਹੇ ਹਾਂ ਤਾਂ ਸੀਮਤ ਮਾਮਲੇ ਵਿੱਚ ਜਦੋਂ n ਇਨਫਿਨਿਟੀ ਦੇ ਨੇੜੇ ਆ ਰਿਹਾ ਹੈ, ਇਸ ਲਈ ਹਰੇਕ ਰੈਕਟੈਂਗਲ ਲਈ ਇਹ ਐਰਰ ਇੱਥੇ ਇੱਕ ਐਰਰ ਭਾਗ ਹੈ। ਉਦਾਹਰਨ ਦੇ ਲਈ ਇੱਥੇ ਅਸੀਂ ਵਧੇਰੇ ਏਰੀਆ ਲੈ ਰਹੇ ਹਾਂ, ਫਿਰ ਕਰਵ ਦੇ ਹੇਠਾਂ ਏਰੀਆ ਸ਼ਾਇਦ ਜਾਂ ਘੱਟ, ਅਸੀਂ ਨਹੀਂ ਜਾਣਦੇ। ਇੱਥੇ ਵੀ ਉਹੀ ਸਥਿਤੀ, ਇਸ ਲਈ ਕੋਈ ਐਰਰ ਹੋ ਸਕਦਾ ਹੈ ਕਿਉਂਕਿ ਅਸੀਂ ਇਹਨਾਂ ਆਇਤਾਂ ਦੇ ਏਰੀਆ ਨੂੰ ਲੈ ਰਹੇ ਹਾਂ। ਇਸ ਲਈ ਸੀਮਤ ਸਥਿਤੀ ਵਿੱਚ ਜਦੋਂ ਇਹ ਅੰਤਰਾਲ ਇਹਨਾਂ ਅੰਤਰਾਲਾਂ ਦੀ ਲੈਂਥ 0 ਤੇ ਜਾ ਰਹੀ ਹੈ, ਉਸ ਸਥਿਤੀ ਵਿੱਚ ਇਹ ਲਿਮਿਟ ਇੱਥੇ ਕਰਵ ਦੇ ਅਧੀਨ ਏਰੀਆ ਨੂੰ ਪਹੁੰਚ ਕਰੇਗੀ। ਇਸ ਲਈ ਇਹ ਇੰਟੀਗਰਲ a ਤੋਂ b f(x) dx ਇਸ ਕਰਵ ਦੇ ਅਧੀਨ ਏਰੀਆ ਨੂੰ ਦਰਸਾਉਂਦਾ ਹੈ ਅਤੇ ਇਸ ਨੂੰ ਇਸ ਜੋੜ ਦੀ ਲਿਮਿਟ ਦੇ ਰੂਪ ਵਿੱਚ ਪਰਿਭਾਸ਼ਿਤ ਕੀਤਾ ਗਿਆ ਹੈ। ਸਾਡੇ ਕੋਲ ਦੋ ਵੇਰੀਏਬਲਸ ਦੇ ਇੰਟੀਗਰਲ ਜਾਂ ਡਬਲ ਇੰਟੀਗਰਲਸ ਲਈ ਸਿਮਿਲਰ ਕਨਸੈਪਟ ਹੈ। ਇਸ ਲਈ ਆਓ ਸਿਰਫ ਇਸ ਨੂੰ ਵੇਖੀਏ। ਇਸ ਸਥਿਤੀ ਵਿੱਚ f(x) ਨੂੰ xy ਪਲੇਨ ਦੇ ਇਹ ਕਲੋਜ਼ਡ ਰੀਜਨ D ਵਿੱਚ ਪਰਿਭਾਸ਼ਿਤ ਹੋਣ ਦਿਓ। ਇਸ ਲਈ ਇਹ ਰੀਜਨ ਹੈ ਜੋ ਅਸੀਂ ਇੱਥੇ ਇੱਕ ਕਲੋਜ਼ਡ ਰੀਜਨ D ਨੂੰ ਪਰਿਭਾਸ਼ਿਤ ਕਰਦੇ ਹਾਂ। ਇਹ ਜਨਰਲ ਕਿਸੇ ਵੀ ਆਕਾਰ ਦਾ ਹੋ ਸਕਦਾ ਹੈ। ਇਸ ਲਈ ਇੱਥੇ ਸਾਡੇ ਕੋਲ x ਧੁਰਾ ਅਤੇ y ਧੁਰਾ ਹੈ ਅਤੇ ਫਿਰ ਅਸੀਂ ਇਸ ਰੀਜਨ ਨੂੰ ਦੁਬਾਰਾ ਸਬ ਰੀਜਨ ਵਿੱਚ ਡਿਵਾਈਡ ਕਰਦੇ ਹਾਂ। ਇਸ ਲਈ ਏਰੀਆ ਡੈਲਟਾ aj ਦੇ ਛੋਟੇ ਖੇਤਰਾਂ ਵਿੱਚ ਵੰਡਦੇ ਹਾਂ। ਇਸ ਲਈ ਹਰੇਕ ਸਬ ਰੀਜਨ ਦਾ ਏਰੀਆ ਡੈਲਟਾ aj ਅਤੇ j 1 ਤੋਂ n ਤੱਕ ਵੱਖਰਾ ਹੁੰਦਾ ਹੈ। ਇਸ ਲਈ ਅਜਿਹੇ ਆਇਤਾਕਾਰ ਜਾਂ ਵਰਗ ਅਸਲ ਵਿੱਚ n ਹਨ ਅਤੇ ਉਹਨਾਂ ਵਿੱਚੋਂ ਹਰੇਕ ਦਾ ਏਰੀਆ ਡੈਲਟਾ aj ਹੈ। ਇਸ ਲਈ ਜੇ ਅਸੀਂ ਇੱਕ ਪੁਆਇੰਟ xj yj ਏਰੀਆ ਡੈਲਟਾ aj ਜਨਰਲ ਪੁਆਇੰਟ ਵਿੱਚ ਕੁਝ ਪੁਆਇੰਟ ਲੈਂਦੇ ਹਾਂ ਤਾਂ ਅਸੀਂ ਇਸ ਨੂੰ ਇੱਕ ਜਨਰਲ ਸਕੁਏਅਰ ਜਾਂ ਰੈਕਟੈਂਗਲ ਕਹਿ ਰਹੇ ਹਾਂ ਜਿਸਨੂੰ ਅਸੀਂ ਡੈਲਟਾ aj ਕਹਿ ਰਹੇ ਹਾਂ ਅਤੇ ਅਸੀਂ ਉੱਥੇ ਇੱਕ ਪੁਆਇੰਟ ਲੈਂਦੇ ਹਾਂ ਜਿਸ ਤੇ ਇਸ xj yj ਦੁਆਰਾ ਦਰਸਾਇਆ ਗਿਆ ਹੈ ਅਤੇ ਫਿਰ ਅਸੀਂ ਇਸ ਜੋੜ ਤੇ ਕੰਸੀਡਰ ਕਰਦੇ ਹਾਂ। ਇਸ ਲਈ ਅਸੀਂ ਇੱਥੇ ਉਸ ਪੁਆਇੰਟ
ਤੇ ਫੰਕਸ਼ਨ ਦੇ ਵੈਲਿਊ ਨੂੰ ਦੁਬਾਰਾ ਜੋੜ ਰਹੇ ਹਾਂ। ਇਸ ਲਈ ਇੱਥੇ ਅਸੀਂ ਕੁਝ ਪੁਆਇੰਟ xj yj ਲਏ ਹਨ ਅਤੇ ਫਿਰ ਇੱਕ ਫੰਕਸ਼ਨ ਹੋਵੇਗਾ ਜੋ ਤੀਜਾ ਡਾਇਮੈਂਸ਼ਨ ਵਿੱਚ ਇੱਕ ਸਰਫੇਸ ਦੇ ਰੂਪ ਵਿੱਚ ਪਰਿਭਾਸ਼ਿਤ ਕੀਤਾ ਗਿਆ ਹੈ ਜਿਸ ਨੂੰ ਆਮ ਤੌਰ ਤੇ z ਤੁਰੇ ਵਜੋਂ ਲਿਆ ਜਾਂਦਾ ਹੈ। ਇਸ ਲਈ ਇੱਕ ਸਰਫੇਸ ਹੋਵੇਗੀ। ਇਸ ਲਈ ਸਰਫੇਸ ਤੇ ਸਾਡੇ ਕੋਲ ਇਹ ਪੁਆਇੰਟ ਹੋਵੇਗਾ। fxj yj ਇਸ ਪੁਆਇੰਟ xj yj ਦੇ ਅਨੁਸਾਰੀ ਹੈ ਅਤੇ ਅਸੀਂ ਇਸ ਏਰੀਆ ਡੈਲਟਾ aj ਨਾਲ ਗੁਣਾ ਕੀਤਾ ਹੈ। ਅਤੇ ਜੇ ਇਹ ਲਿਮਿਟ ਐਗਜ਼ਿਸਟ ਹੈ ਤਾਂ ਅਸੀਂ ਇਸ ਇੰਟੀਗਰਲ ਜਾਂ ਇਸ ਲਿਮਿਟ ਦੀ ਇਸ ਵੈਲਿਊ ਨੂੰ ਇਸ ਇੰਟੀਗਰਲ ਦੁਆਰਾ d ਤੇ ਡਿਨੋਟ ਕਰਦੇ ਹਾਂ। ਇਸ ਲਈ ਡਬਲ ਇੰਟੀਗਰਲ d ਅਤੇ fxy ਅਤੇ ਇਹ dA ਜਾਂ ਕਈ ਵਾਰ ਅਸੀਂ ਇਸ ਦੀ ਵਰਤੋਂ ਵੀ ਕਰਦੇ ਹਾਂ dA ਦੀ ਨੋਟੇਸ਼ਨ ਸ਼ੀਟ ਜੋ ਕਿ ਇਸ ਇਨਫਾਈਨਾਈਟ ਚਿੰਨ੍ਹ ਸਬ ਰੀਜਨ ਦੇ ਇਸ ਏਰੀਆ ਨੂੰ ਡਿਨੋਟ ਕਰਦੀ ਹੈ। ਇਸ ਲਈ ਅਸੀਂ dx dy ਜਾਂ dy dx ਦੁਆਰਾ ਵੀ ਡਿਨੋਟ ਕਰ ਸਕਦੇ ਹਾਂ ਤਾਂ ਜੋ ਇੱਥੇ ਪਰਿਭਾਸ਼ਾ ਦੁਬਾਰਾ ਇਸ ਜੋੜ ਦੀ ਲਿਮਿਟ ਹੋਵੇ ਜਿੱਥੇ ਅਸੀਂ ਅਸਲ ਵਿੱਚ ਇਸ fxj yj ਨੂੰ ਜੋੜ ਰਹੇ ਹਾਂ ਅਤੇ xy ਪਲੇਨ ਵਿੱਚ ਛੋਟੇ ਰੀਜਨ ਦੇ ਏਰੀਆ ਨਾਲ ਗੁਣਾ ਕਰ ਰਹੇ ਹਾਂ ਅਤੇ ਇਸ ਪੁਆਇੰਟ ਦੇ ਅਨੁਸਾਰੀ ਹਰੇਕ ਸਬ ਰੀਜਨ ਵਿੱਚ ਇਹ ਪੁਆਇੰਟ xj yj ਹੈ। ਸਾਡੇ ਕੋਲ ਫੰਕਸ਼ਨ ਵੈਲਿਊ fxj yj ਹੈ ਜੋ ਇਹਨਾਂ ਸਭ ਨੂੰ ਜੋੜਦਾ ਹੈ ਅਤੇ ਫਿਰ ਲਿਮਿਟ ਲੈਂਦਾ ਹੈ ਕਿਉਂਕਿ n ਇਹਨਾਂ ਆਇਤਾਂ ਦੀ ਸੰਖਿਆ ਤੱਕ ਪਹੁੰਚਦਾ ਹੈ ਇਨਫਿਨਿਟੀ ਤੇ ਗੋਜ਼ ਟੂ ਹੈ ਅਤੇ ਇਸ ਸਥਿਤੀ ਵਿੱਚ ਜੇ ਇਹ ਲਿਮਿਟ ਐਗਜ਼ਿਸਟ ਹੁੰਦੀ ਹੈ ਤਾਂ ਅਸੀਂ ਇਸ ਨੂੰ ਅਜਿਹੇ ਇੰਟੀਗਰਲ ਨੋਟੇਸ਼ਨ ਦੁਆਰਾ ਪਰਿਭਾਸ਼ਿਤ ਕਰਦੇ ਹਾਂ। ਇਸ ਲਈ ਇਹ ਆਸਾਨੀ ਨਾਲ ਸਾਬਤ ਕੀਤਾ ਜਾ ਸਕਦਾ ਹੈ ਕਿ ਇਹ ਉਪਰੋਕਤ ਲਿਮਿਟ ਐਗਜ਼ਿਸਟ ਹੈ ਜਾਂ ਇਹ ਇੰਟੀਗਰਲ ਐਗਜ਼ਿਸਟ ਜੇ ਇਹ ਫੰਕਸ਼ਨ ਨਿਰੰਤਰ ਜਾਂ ਪੀਸਵਾਈਜ਼ ਕੰਟੀਨਿਊਅਸ d ਵਿੱਚ ਹੈ। ਇਸ ਲਈ ਸਾਡੇ ਕੋਲ ਇੱਕ ਕਲੋਜ਼ਡ ਬਾਉਂਡਰੀ ਡੋਮੇਨ ਹੈ ਅਤੇ ਜੇ ਫੰਕਸ਼ਨ ਪੀਸਵਾਈਜ਼ ਕੰਟੀਨਿਊਅਸ ਜਾਂ ਕੰਟੀਨਿਊਅਸ ਹੈ ਤਾਂ ਇਹ ਅਜਿਹੇ ਇੰਟੀਗਰਲਸ ਦੀ ਹੋਂਦ ਅਤੇ ਇਸ ਡਬਲ ਇੰਟੀਗਰੇਲਸ ਲਈ ਜਿਓਮੈਟ੍ਰਿਕਲ ਇੰਟਰਪ੍ਰੀਟੇਸ਼ਨ ਤੇ ਆਉਣ ਲਈ ਕਾਫੀ ਹੈ। ਇਸ ਲਈ ਇਹ ਲਿਮਿਟ ਪਰਿਭਾਸ਼ਾ ਤੋਂ ਵੀ ਸਪਸ਼ਟ ਹੈ ਜੋ ਅਸੀਂ ਵੇਖਿਆ ਹੈ। ਇਸ ਲਈ ਅਸੀਂ xy ਪਲੇਨ ਵਿੱਚ ਛੋਟਾ ਰੀਜਨ ਲਿਆ ਹੈ ਜਾਂ xy ਪਲੇਨ ਵਿੱਚ ਸਾਰਾ ਡੋਮੇਨ ਬਹੁਤ ਸਾਰੇ ਸਬ ਰੀਜਨ ਵਿੱਚ ਵੰਡਿਆ ਗਿਆ ਸੀ ਅਤੇ ਇੱਥੇ ਉਦਾਹਰਣ ਇੱਕ ਸਬ ਰੀਜਨ ਲਈ ਕੰਸੀਡਰ ਕਰੋ ਅਤੇ ਇਸ ਦੇ ਅਨੁਸਾਰੀ ਸਾਡੇ ਕੋਲ ਇੱਥੇ ਸਰਫੇਸ ਹੈ ਜੋ ਅਸਲ ਵਿੱਚ ਇਸ ਦੁਆਰਾ ਦਿੱਤਾ ਗਿਆ ਪ੍ਰੋਜੈਕਸ਼ਨ ਹੈ। ਇਸ ਲਈ ਡਬਲ ਇੰਟੀਗਰਲ ਇਸ ਲਈ ਅਸੀਂ ਇਸ ਸਬ ਰੀਜਨ ਵਿੱਚ ਇਹ ਪੁਆਇੰਟ ਲਵਾਂਗੇ ਅਸੀਂ ਉਹ ਲਵਾਂਗੇ ਜਿਸਨੂੰ ਅਸੀਂ ਆਮ ਤੌਰ ਤੇ xj yj ਦੁਆਰਾ ਡਿਨੋਟ ਕਰ ਸਕਦੇ ਹਾਂ ਅਤੇ ਫਿਰ ਇਸ ਪੁਆਇੰਟ ਦੇ ਅਨੁਸਾਰੀ ਇੱਥੇ ਸਾਡੇ ਸਰਫੇਸ ਤੇ ਇੱਕ ਪੁਆਇੰਟ ਹੋਵੇਗਾ। ਇਸ ਲਈ ਸਾਡੇ ਕੋਲ ਇਹ ਪੁਆਇੰਟ ਹੈ ਜਿਵੇਂ ਕਿ xj ਅਤੇ yj ਅਤੇ ਫਿਰ xj yj ਅਤੇ ਉੱਥੇ ਅਸੀਂ ਇਸ ਰੈਕਟੈਂਗਲ ਜਾਂ ਉਪ ਖੇਤਰ ਦੇ ਏਰੀਆ ਦੇ ਪ੍ਰੋਡਕਟ ਨੂੰ ਲੈਂਦੇ ਹਾਂ xy ਦੇ ਪਲੇਨ ਅਤੇ ਇਸ ਉਚਾਈ ਨਾਲ ਗੁਣਾ ਕਰਦੇ ਹਾਂ। ਜਦੋਂ ਅਸੀਂ ਇੱਥੇ ਸਾਡੇ ਕੋਲ ਇਹ ਏਰੀਆ ਹੈ ਤਾਂ ਸਾਨੂੰ ਕੀ ਪ੍ਰਾਪਤ ਹੁੰਦਾ ਹੈ ਅਤੇ ਫਿਰ ਅਸੀਂ ਕੁਝ ਉਚਾਈ ਨਾਲ ਗੁਣਾ ਕਰਦੇ ਹਾਂ। ਇਸ ਲਈ ਅਸੀਂ ਇਸ ਸਬ ਰੀਜਨ ਦਾ ਇਹ ਵੋਲਿਊਮ ਦੁਬਾਰਾ ਪ੍ਰਾਪਤ ਕਰਾਂਗੇ ਜੋ ਇੱਥੇ ਪਰਿਭਾਸ਼ਿਤ ਹੈ ਅਤੇ ਫਿਰ ਅਸੀਂ ਅਜਿਹੇ ਉਪ ਖੇਤਰਾਂ ਨੂੰ ਜੋੜਦੇ ਹਾਂ ਅਤੇ ਸੀਮਾਵਾਂ ਲੈਂਦੇ ਹਾਂ। ਇਸ ਲਈ ਸਾਨੂੰ ਇਸ ਦੇ ਅਧੀਨ ਸਿਰਫ ਏਰੀਆ ਮਿਲੇਗਾ ਇਸ ਕੇਸ ਵਿੱਚ ਸਰਫੇਸ ਦੇ ਹੇਠਾਂ ਵੋਲਿਊਮ। ਇੱਥੇ ਇਹ ਲਿਮਿਟ ਹੈ ਕਿਉਂਕਿ ਇਹ ਡੈਲਟਾ x ਡੈਲਟਾ y ਉਦਾਹਰਣ ਵਜੋਂ ਇਹ ਇਸ ਤਿਕੋਣ ਦਾ ਏਰੀਆ ਜਾਂ ਸਬ ਰੀਜਨ ਸੀ ਜੋ ਇੱਥੇ ਪਰਿਭਾਸ਼ਿਤ ਕੀਤਾ ਗਿਆ ਹੈ ਜੇ ਇਸ f ਨਾਲ ਗੁਣਾ ਕੀਤਾ ਜਾਂਦਾ ਹੈ ਇਹ ਇਸ ਛੋਟੇ ਸਬ ਰੀਜਨ ਦਾ ਵੋਲਿਊਮ ਦਿੰਦਾ ਹੈ ਅਤੇ ਅਜਿਹੇ ਉਪ ਖੇਤਰਾਂ ਨੂੰ ਜੋ ਅਸੀਂ ਇੱਥੇ ਜੋੜ ਰਹੇ ਹਾਂ ਅਤੇ ਇਸ ਨੂੰ ਇਸ ਇੰਟੀਗਰਲ ਦੁਆਰਾ ਦਰਸਾਇਆ ਜਾਵੇਗਾ ਤਾਂ ਜੋ ਇਹ ਵੋਲਿਊਮ ਨੂੰ ਦਰਸਾਏ। ਅਤੇ ਉਦਾਹਰਣ ਲਈ ਅਸੀਂ ਕਿਹਾ ਕਿ ਇਹ fxy 1 ਦੇ ਇਕੁਅਲ ਹੈ। ਇਸ ਲਈ ਸਾਨੂੰ ਕੀ ਮਿਲੇਗਾ ਜੇ ਅਸੀਂ ਇੱਥੇ fxj yj ਨੂੰ 1 ਦੇ ਇਕੁਅਲ ਸੈੱਟ ਕਰਦੇ ਹਾਂ। ਇਸ ਲਈ ਅਸੀਂ ਫੰਕਸ਼ਨ 1 ਲੈਂਦੇ ਹਾਂ। ਇਸ ਲਈ ਉਹੀ ਵੈਲਿਊ ਏਰੀਆ ਨੂੰ ਵੀ ਦੇਵੇਗਾ ਕਿਉਂਕਿ ਅਸੀਂ ਅਸਲ ਵਿੱਚ ਡੈਲਟਾ x ਡੈਲਟਾ y ਜੋੜ ਰਹੇ ਹਾਂ। ਇਸ ਲਈ ਅਸੀਂ ਇਹ ਸਾਰੇ ਖੇਤਰਾਂ ਨੂੰ ਜੋੜ ਰਹੇ ਹਾਂ ਅਤੇ ਸਾਨੂੰ ਡੋਮੇਨ ਦਾ ਕੁੱਲ ਏਰੀਆ d ਮਿਲੇਗਾ। ਉਸ ਸਥਿਤੀ ਵਿੱਚ d ਦਾ ਏਰੀਆ ਜੇਕਰ ਅਸੀਂ ਉਦਾਹਰਣ ਵਜੋਂ ਇਸ f ਨੂੰ 1 ਮੰਨਦੇ ਹਾਂ ਤਾਂ ਇਸੇ ਕਰਕੇ ਇਸ ਡਬਲ ਇੰਟੀਗਰਲ ਨਾਲ ਅਸੀਂ xy ਪਲੇਨ ਵਿੱਚ ਡੋਮੇਨ ਦਾ ਏਰੀਆ ਪ੍ਰਾਪਤ ਕਰ ਸਕਦੇ ਹਾਂ ਜਾਂ ਅਸਲ ਵਿੱਚ ਇਹ xy ਪਲੇਨ ਤੇ ਉਸ ਸਰਫੇਸ ਦੇ ਹੇਠਾਂ ਵੋਲਿਊਮ ਨੂੰ ਦਰਸਾਉਂਦਾ ਹੈ। ਖੈਰ ਇਸ ਲਈ
ਮੁਲਾਂਕਣ ਭਾਗ ਲਈ ਅੱਗੇ ਆ ਰਿਹਾ। ਇਸ ਤੋਂ ਪਹਿਲਾਂ ਅਸੀਂ ਮੁਲਾਂਕਣ ਤੇ ਜਾਈਏ, ਡਬਲ ਇੰਟੀਗਰਲ ਦੀਆਂ ਕੁਝ ਪ੍ਰਾਪਰਟੀਜ਼ ਦੀ ਚਰਚਾ ਕਰੀਏ। ਇਸ ਤਰ੍ਹਾਂ ਸਿੰਗਲ ਇੰਟੀਗਰਲ ਦੇ ਸਿਮਿਲਰ ਸਾਡੇ ਕੋਲ ਡਬਲ ਇੰਟੀਗਰਲ ਦੇ ਲਈ ਘੱਟੋ ਘੱਟ ਉਹੀ ਪ੍ਰਾਪਰਟੀਜ਼ ਹਨ। ਉਦਾਹਰਣ ਵਜੋਂ ਅਸੀਂ ਜੋ ਇੱਥੇ k ਨੂੰ ਇਸ ਫੰਕਸ਼ਨ f(x, y) ਨਾਲ ਗੁਣਾ ਕੀਤਾ ਹੈ ਅਤੇ ਉਸ ਸਥਿਤੀ ਵਿੱਚ ਇਹ ਇੱਕ ਕੌਨਸਟੈਂਟ k ਹੈ ਤਾਂ ਜੋ ਇਹ ਸਿਰਫ ਇੰਟੀਗਰਲ ਰੂਪ ਵਿੱਚ ਬਾਹਰ ਆ ਸਕੇ, ਅਤੇ ਫਿਰ ਸਾਡੇ ਕੋਲ ਇਹ ਇੰਟੀਗਰਲ df(x, y) dA ਹਨ। ਇਸੇ ਤਰ੍ਹਾਂ ਸਾਡੇ ਕੋਲ ਇੱਥੇ ਜੋੜ ਹੈ ਜਾਂ ਦੋ ਫੰਕਸ਼ਨਾਂ f ਅਤੇ g ਦਾ ਅੰਤਰ। ਇਸ ਲਈ ਉਸ ਸਥਿਤੀ ਵਿੱਚ ਇਹ ਇੰਟੀਗਰਲ ਓਵਰ f ਅਤੇ ਪਲੱਸ ਜਾਂ ਮਾਈਨਸ ਇੰਟੀਗਰਲ ਓਵਰ g ਹੋਵੇਗਾ। ਇਸ ਲਈ ਇਸ ਡਬਲ ਇੰਟੀਗਰਲ ਦੀ ਇੱਕ ਹੋਰ ਪ੍ਰਾਪਰਟੀ। ਇਸ ਲਈ ਇੱਥੇ ਜੇ ਅਸੀਂ ਫੰਕਸ਼ਨ ਨੂੰ ਡੋਮੇਨ D ਉੱਤੇ ਇੱਕ ਨਾਨ ਨੈਗੇਟਿਵ ਵਜੋਂ ਲੈਂਦੇ ਹਾਂ ਅਤੇ ਅਸੀਂ ਇਸ ਨੂੰ ਇੱਥੇ ਓਵਰ D ਏਕੀਕ੍ਰਿਤ ਕਰ ਰਹੇ ਹਾਂ ਤਾਂ ਇਸ ਇੰਟੀਗਰਲ ਦੀ ਇਹ ਵੈਲਿਊ ਵੀ 0 ਤੋਂ ਵੱਡੀ ਜਾਂ ਇਸ ਦੇ ਇਕੁਅਲ ਹੋਵੇਗੀ। ਇਸੇ ਤਰ੍ਹਾਂ ਜੇ ਸਾਡੇ ਕੋਲ ਦੋ ਫੰਕਸ਼ਨ f(x, y) ਹਨ ਜੋ ਫੰਕਸ਼ਨ g(x, y) ਤੋਂ ਵੱਡਾ ਹੈ ਜਾਂ ਇਹ f ਡੋਮੇਨ D ਤੇ g ਦੇ ਮੁਕਾਬਲੇ ਹੋਰ ਵੱਡੇ ਮੁੱਲ ਲੈ ਰਿਹਾ ਹੈ ਤਾਂ ਉਸ ਸਥਿਤੀ ਵਿੱਚ ਇਸ g(f) ਦਾ ਇੰਟੀਗਰਲ ਇੱਥੇ ਇਸ g ਦੇ ਇੰਟੀਗਰਲ ਤੋਂ ਵੀ ਵੱਡਾ ਹੋਵੇਗਾ। ਇਸ ਲਈ ਅਖੀਰ ਇੱਕ ਜਿਸ ਦੀ ਅਸੀਂ ਇੱਥੇ ਚਰਚਾ ਕਰ ਰਹੇ ਹਾਂ ਤਾਂ ਜੋ ਕਿ ਐਡਿਟਿਵ ਪ੍ਰਾਪਰਟੀ ਹੈ। ਇਸ ਲਈ ਸਾਡੇ ਕੋਲ ਇਹ ਇੰਟੀਗਰਲ ਓਵਰ D ਅਤੇ ਇਹ ਡੋਮੇਨ ਹੈ ਜੇ ਅਸੀਂ ਦੋ ਭਾਗਾਂ ਵਿੱਚ ਵੰਡਦੇ ਹਾਂ। ਇਸ ਲਈ ਸਾਡੇ ਕੋਲ ਉਦਾਹਰਣ ਦੇ ਲਈ ਇੱਥੇ ਇਹ ਕੁਝ ਡੋਮੇਨ ਹਨ ਜੋ ਕਿ D C ਅਤੇ ਅਸੀਂ ਪਰਿਭਾਸ਼ਿਤ ਕੀਤਾ ਹੈ। ਮੇਰਾ ਮਤਲਬ ਹੈ ਕਿ ਇਸ ਨੂੰ ਡੋਮੇਨ D1 ਅਤੇ ਫਿਰ D2 ਵਿੱਚ ਵੰਡਿਆ। ਇਸ ਲਈ ਉਸ ਸਥਿਤੀ ਵਿੱਚ ਇਹ ਇੰਟੀਗਰਲ ਓਵਰ D ਅਸੀਂ ਇਸ ਇੰਟੀਗਰਲ ਨੂੰ ਓਵਰ D1 ਲਿਖ ਸਕਦੇ ਹਾਂ ਅਤੇ ਫਿਰ ਇੰਟੀਗਰਲ ਓਵਰ D2 ਉਹੀ ਇੰਟੀਗਰਲ ਸਿਰਫ ਇਸ ਰੀਜਨ ਵਿੱਚ ਬਦਲਾਵ ਹੋਇਆ ਹੈ। ਇਸ ਲਈ ਇਹ ਓਵਰ D1 ਹੈ ਅਤੇ ਇਹ ਓਵਰ D2 ਦੇ ਹੈ। ਇਸ ਲਈ ਇਹ ਸਿੰਗਲ ਇੰਟੀਗਰਲਸ ਦੀ ਕਾਮਨ ਪ੍ਰਾਪਰਟੀ ਵੀ ਹੈ। ਇਸ ਲਈ ਸਾਡੇ ਕੋਲ ਇਹਨਾਂ ਡਬਲ ਇੰਟੀਗਰਲ ਲਈ ਘੱਟੋ ਘੱਟ ਸਿਮਿਲਰ ਪ੍ਰਾਪਰਟੀਜ਼ ਹਨ। ਹੁਣ ਮੁਲਾਂਕਣ ਤੇ ਆ ਰਹੇ ਹਾਂ। ਇਸ ਲਈ ਮੁਲਾਂਕਣ ਲਈ ਸਾਡੇ ਕੋਲ ਹਨ। ਅਸੀਂ ਪਹਿਲਾਂ ਇਹ ਸਧਾਰਨ ਦ੍ਰਿਸ਼ਤੇ ਕੰਸੀਡਰ ਕਰਾਂਗੇ। ਇਸ ਲਈ ਉਦਾਹਰਣ ਲਈ ਜੇ ਇਹ f(x, y) ਨਿਰੰਤਰ ਜਾਂ ਪਰਿਭਾਸ਼ਿਤ ਅਤੇ ਉਸ ਸਥਿਤੀ ਵਿੱਚ ਬਾਉਂਡਡ ਹੈ ਤਾਂ ਇਹ ਆਇਤਾਕਾਰ ਖੇਤਰ ਰੀਜਨ ਵਿੱਚ ਇਹ ਇੰਟੀਗਰਲ ਐਗਜ਼ਿਸਟ ਹੋਵੇਗਾ। ਇਸ ਲਈ ਅਸੀਂ ਲਿਆ ਹੈ, ਅਸੀਂ ਆਪਣੇ ਆਪ ਨੂੰ ਆਇਤਾਕਾਰ ਖੇਤਰ ਰੀਜਨ ਤੱਕ ਸੀਮਤ ਕਰ ਦਿੱਤਾ ਹੈ। ਇਸ ਲਈ x a ਤੋਂ b ਅਤੇ y c ਤੋਂ d ਤੱਕ ਬਦਲਦਾ ਹੈ। ਇਸ ਲਈ ਇਸ ਆਇਤਾਕਾਰ ਰੀਜਨ ਲਈ ਜੋ ਇਸ ਚਿੱਤਰ ਵਿੱਚ ਵੀ ਦਿੱਤਾ ਗਿਆ ਹੈ, ਇਸ ਲਈ ਇਹ ਆਇਤਾਕਾਰ ਖੇਤਰ ਰੀਜਨ x ਲਈ a ਤੋਂ b ਤੱਕ ਹੈ ਅਤੇ y ਧੁਰੇ ਵਿੱਚ ਇਹ c ਤੋਂ d ਤੱਕ ਬਦਲਦਾ ਹੈ। ਇਸ ਲਈ ਸਾਡੇ ਕੋਲ ਇੱਕ ਕੌਨਸਟੈਂਟ ਸੰਖਿਆ a ਤੋਂ b ਅਤੇ ਇੱਥੇ c ਤੋਂ d ਵੀ ਹਨ। ਇਸ ਲਈ ਇਹ ਸਰਲ ਕੇਸ ਹੈ ਜਿੱਥੇ ਅਸੀਂ ਨੂੰ ਇਸ ਚੰਗੇ ਡੋਮੇਨ ਦੇ ਉੱਤੇ ਇਸ ਇੰਟੀਗਰਲ ਨੂੰ ਪਰਿਭਾਸ਼ਿਤ ਕਰ ਸਕਦੇ ਹਾਂ ਕਿਉਂਕਿ ਸੀਮਾਵਾਂ ਸਪਸ਼ਟ ਹਨ ਕਿ x ਲਈ ਅਸੀਂ a b ਤੋਂ ਬਦਲ ਰਹੇ ਹਾਂ ਅਤੇ y ਦੀ ਦਿਸ਼ਾ ਵਿੱਚ ਅਸੀਂ c ਤੋਂ d ਤੱਕ ਬਦਲ ਰਹੇ ਹਾਂ ਅਤੇ ਸੀਮਾਵਾਂ ਕੌਨਸਟੈਂਟ ਹਨ, ਉਹ ਇੱਕ ਦੂਜੇ ਤੇ ਨਿਰਭਰ ਨਹੀਂ ਕਰ ਰਹੀਆਂ। ਇਸ ਲਈ ਇੱਥੇ ਅਜਿਹੇ ਆਇਤਾਕਾਰ ਖੇਤਰ ਰੀਜਨ D ਤੇ ਇਹ ਇੰਟੀਗਰਲ ਨੂੰ ਪਰਿਭਾਸ਼ਿਤ ਕੀਤਾ ਜਾਵੇਗਾ। ਇਸ ਲਈ ਪਹਿਲਾਂ ਅਸੀਂ x ਦੇ ਸੰਬੰਧ ਵਿੱਚ ਇੰਟੀਗਰਲ ਨੂੰ ਕੰਪਿਊਟ ਕਰਾਂਗੇ। ਉਦਾਹਰਣ ਲਈ ਅਸੀਂ ਪਹਿਲਾਂ y ਦੇ ਸੰਬੰਧ ਵਿੱਚ ਕਰ ਸਕਦੇ ਹਾਂ। ਇਸ ਮਾਮਲੇ ਵਿੱਚ ਕੋਈ ਫਰਕ ਨਹੀਂ ਪੈਂਦਾ। ਆਓ ਪਹਿਲਾਂ ਇਸ ਇੱਕ ਬਾਰੇ ਚਰਚਾ ਕਰੀਏ। ਇਸ ਲਈ ਅਸੀਂ ਇਸ ਇੰਟੀਗਰਲ f(x, y) dx ਨੂੰ ਓਵਰ dx ਲੈਂਦੇ ਹਾਂ। ਇਸ y ਨੂੰ ਇੱਕ ਕੌਨਸਟੈਂਟ ਵਜੋਂ ਮੰਨਦੇ ਹਾਂ। ਇਸ ਲਈ ਇਸ ਇੰਟੀਗਰਲ ਨੂੰ a ਤੋਂ b ਵਿੱਚ ਲੈ ਰਹੇ ਹਾਂ ਕਿਉਂਕਿ x a ਤੋਂ b ਤੱਕ ਬਦਲਦਾ ਹੈ। ਇਸ ਲਈ ਅਸੀਂ ਇਸ a ਨੂੰ a ਤੋਂ b ਤੱਕ ਲੈ ਲਿਆ ਹੈ ਅਤੇ ਹੁਣ ਇਹ y ਦਾ ਇੱਕ ਫੰਕਸ਼ਨ ਬਣ ਜਾਵੇਗਾ ਕਿਉਂਕਿ ਅਸੀਂ ਇਸ x ਨੂੰ a ਤੋਂ b ਤੱਕ ਏਕੀਕ੍ਰਿਤ ਕਰ ਦਿੱਤਾ ਹੈ। ਇਸ ਲਈ y ਉਵੇਂ ਹੀ ਰਹੇਗਾ ਜਿਵੇਂ ਕਿ ਇਹ ਹੈ। ਇਸ ਲਈ ਇਹ y ਦਾ ਫੰਕਸ਼ਨ ਹੋਵੇਗਾ ਅਤੇ ਫਿਰ ਇਹ ਦੁਹਰਾਇਆ ਜਾਣ ਵਾਲਾ ਇੰਟੀਗਰਲ ਹੈ। ਇਸ ਲਈ ਹੁਣ ਅਸੀਂ y ਦੇ ਸੰਬੰਧ ਵਿੱਚ ਇੰਟੀਗਰੇਟ ਕਰ ਸਕਦੇ ਹਾਂ। ਇਸ ਲਈ y c ਤੋਂ d ਤੱਕ ਵੱਖਰਾ ਹੋਣਾ ਅਤੇ ਕਿਉਂਕਿ ਰੀਜਨ ਨੂੰ ਇੱਥੇ ਇੰਟੀਗਰਲ ਸੀਮਾਵਾਂ ਦੇ ਕਾਰਨ a ਤੋਂ b ਅਤੇ c ਤੋਂ d ਤੱਕ y ਦੀ ਦਿਸ਼ਾ ਵਿੱਚ ਚੰਗੀ ਤਰ੍ਹਾਂ ਪਰਿਭਾਸ਼ਿਤ ਕੀਤਾ ਗਿਆ ਸੀ, ਅਸੀਂ y ਦੇ ਸੰਬੰਧ ਵਿੱਚ ਪਹਿਲਾਂ ਇੰਟੀਗਰਲ ਨੂੰ ਕੰਪਿਊਟ ਵੀ ਕਰ ਸਕਦੇ ਹਾਂ। ਇਹ dy ਅਤੇ ਫਿਰ y ਦਾ c ਤੋਂ d ਤੱਕ ਵੱਖਰਾ ਹੋਣਾ ਜਾਂ ਜਿਸਨੂੰ ਅਸੀਂ x ਦੇ phi ਦੀ ਤਰ੍ਹਾਂ ਕਹਿ ਸਕਦੇ ਹਾਂ। ਇਸ ਲਈ ਕਿਉਂਕਿ ਇਹ ਇੰਟੀਗਰੇਸ਼ਨ ਦੇ ਬਾਅਦ x ਦਾ ਫੰਕਸ਼ਨ ਹੋਵੇਗਾ ਅਤੇ ਫਿਰ ਇਹ ਇੱਕ ਵੇਰੀਏਬਲ ਦਾ ਫੰਕਸ਼ਨ ਹੈ ਅਤੇ ਅਸੀਂ ਹੁਣ dx ਦੇ ਉੱਤੇ
ਇੰਟੀਗ੍ਰੇਟ ਕਰ ਸਕਦੇ ਹਾਂ, ਇਸ ਲਈ x a ਤੋਂ b ਤੱਕ ਵੱਖਰਾ ਹੋਵੇਗਾ। ਇਸ ਲਈ ਇਸ ਮਾਮਲੇ ਵਿੱਚ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਅਜਿਹੇ ਡੋਮੇਨ ਦੇ ਲਈ ਅਸੀਂ ਪਹਿਲਾਂ x ਦੇ ਸੰਬੰਧ ਵਿੱਚ ਅਤੇ ਫਿਰ y ਦੇ ਸੰਬੰਧ ਵਿੱਚ ਜਾਂ ਪਹਿਲਾਂ y ਦੇ ਸੰਬੰਧ ਵਿੱਚ ਅਤੇ ਫਿਰ x ਦੇ ਸੰਬੰਧ ਵਿੱਚ ਕੰਪਿਊਟ ਕਰਦੇ ਹਾਂ ਅਤੇ ਇੱਥੇ ਸੀਮਾਵਾਂ ਪ੍ਰਾਪਤ ਕਰਨਾ ਬਹੁਤ ਸੌਖਾ ਹੈ। ਪਰ ਇਹ ਹਮੇਸ਼ਾ ਅਜਿਹਾ ਨਹੀਂ ਹੁੰਦਾ ਕਿਉਂਕਿ ਸਾਡੇ ਕੋਲ ਹਰ ਟਾਈਮ ਅਜਿਹਾ ਵਧੀਆ ਡੋਮੇਨ ਨਹੀਂ ਹੁੰਦਾ। ਇਸ ਲਈ ਗੈਰ ਆਇਤਾਕਾਰ ਖੇਤਰਾਂ ਲਈ ਅਸੀਂ ਦੁਬਾਰਾ ਕੁਝ ਸਧਾਰਨ ਕੇਸਾਂ ਤੇ ਕੰਸੀਡਰ ਕਰਾਂਗੇ ਅਤੇ ਫਿਰ ਬਾਅਦ ਵਿੱਚ ਅਸੀਂ ਵਧੇਰੇ ਜੇਨਰਲ ਕੇਸਾਂ ਤੇ ਆਵਾਂਗੇ। ਇਸ ਲਈ ਇੱਥੇ ਉਦਾਹਰਣ ਵਜੋਂ ਸਾਡਾ ਡੋਮੇਨ ਇਸ ਤਰ੍ਹਾਂ ਦਾ ਹੈ। ਇਸ ਲਈ ਇਹ ਇੱਥੇ ਡੋਮੇਨ ਹੈ। ਸਾਡੇ ਫੰਕਸ਼ਨ ਦਾ ਡੋਮੇਨ ਇਸ ਡੋਮੇਨ ਵਿੱਚ ਪਰਿਭਾਸ਼ਿਤ ਕੀਤਾ ਗਿਆ ਹੈ। ਇਸ ਲਈ ਅਨੁਸਾਰੀ ਤੌਰ ਤੇ ਸਾਡੇ ਕੋਲ ਫੰਕਸ਼ਨ ਮੁੱਲ ਹਨ। ਇਸ ਲਈ ਇਸ ਡੋਮੇਨ ਲਈ ਇੱਥੇ ਅਤੇ ਇਹ ਡੋਮੇਨ ਇਸ ਵੀ ਇੱਕ x ਨਾਲ ਬਾਉਂਡਡ ਹੈ। ਇਸ ਲਈ ਇੱਥੇ ਸਾਡੇ ਕੋਲ ਹੁਣ ਹੈ ਇਹ ਫੰਕਸ਼ਨ ਵੀ ਇੱਕ ਜੋ x ਤੇ ਨਿਰਭਰ ਕਰਦਾ ਹੈ। ਜਿਵੇਂ ਕਿ x ਬਦਲਦਾ ਹੈ, ਸਾਡੇ ਕੋਲ ਇੱਥੇ ਕਰਵ ਹੈ ਅਤੇ ਉਸੇ ਚੀਜ਼ ਦੇ ਕੋਲ x ਦੇ ਸੰਬੰਧ ਵਿੱਚ ਸਾਡੇ ਕੋਲ ਵੀ 2x ਫੰਕਸ਼ਨ ਹਨ। ਇਸ ਲਈ ਇੱਥੇ ਇਹ ਬਾਉਂਡਰੀ ਵੀ y ਦੀ ਦਿਸ਼ਾ ਵਿੱਚ ਬਦਲਦੀ ਹੈ। ਸਾਡੇ ਕੋਲ ਇਹ ਕੌਨਸਟੈਂਟ ਹੈ। ਇਸ ਲਈ ਇਸ ਤੇ x ਤੋਂ a ਦੇ ਇਕੁਅਲ ਹੈ, ਇਸ x ਤੋਂ b ਦੇ ਇਕੁਅਲ ਹੈ। ਇਹ ਕਟੌਤੀ ਹੈ, ਪਰ ਇਸ ਦਿਸ਼ਾ ਵਿੱਚ ਇੱਥੇ y ਦੀ ਦਿਸ਼ਾ ਵਿੱਚ ਸਾਡੇ ਕੋਲ ਫੰਕਸ਼ਨ ਵੀ ਇੱਕ x ਅਤੇ ਉੱਥੇ ਵੀ 2 x ਹਨ। ਇਸ ਲਈ ਅਜਿਹੇ ਡੋਮੇਨਾਂ ਲਈ ਇੰਟੀਗਰਲ ਨੂੰ ਓਵਰ ਡੋਮੇਨ ਦੀ ਕੰਪਿਊਟ ਕਰਨਾ ਮੁਸ਼ਕਲ ਨਹੀਂ ਹੈ ਅਤੇ ਪਹਿਲਾਂ ਅਸੀਂ ਮੰਨਦੇ ਹਾਂ ਕਿ ਇਹ f(x) ਸੁਭਾਵਕ ਤੌਰ ਤੇ ਇਸ ਡੋਮੇਨ ਵਿੱਚ ਪਰਿਭਾਸ਼ਿਤ ਅਤੇ ਬਾਉਂਡਡ ਜਾਂ ਡਿਸਕੰਟੀਨਿਊਅਸ ਜਾਂ ਪੀਸਵਾਈਜ਼ ਕੰਟੀਨਿਊਅਸ ਹੈ ਅਤੇ ਇਹ ਵੀ ਇੱਕ ਅਤੇ ਵੀ 2 ਕੰਟੀਨਿਊਅਸ ਕਾਰਜ ਹਨ। ਇਸ ਲਈ ਸਾਡੇ ਕੋਲ ਇਹ ਡੋਮੇਨ ਹੈ ਜੋ ਇਸ ਚਿੱਤਰ ਵਿੱਚ ਦਰਸਾਇਆ ਗਿਆ ਹੈ ਅਤੇ ਫਿਰ ਇਸ f(x) ਦਾ ਇਹ ਡਬਲ ਇੰਟੀਗਰਲ ਓਵਰ ਡੋਮੇਨ D ਹੈ। ਅਸੀਂ ਹੁਣ ਲਵਾਂਗੇ। ਇਸ ਲਈ ਸਾਨੂੰ ਹੁਣ ਇਸ ਕ੍ਰਮ ਦੀ ਪਾਲਣਾ ਕਰਨੀ ਪਵੇਗੀ। ਇਸ ਲਈ ਪਹਿਲਾਂ ਸਾਨੂੰ y ਦੇ ਸੰਬੰਧ ਵਿੱਚ ਇੰਟੀਗ੍ਰੇਟ ਕਰਨਾ ਪਏਗਾ ਕਿਉਂਕਿ ਹੁਣ y ਦੇ ਸੰਬੰਧ ਵਿੱਚ ਸਾਡੇ ਕੋਲ ਹਨ। ਇਸ ਲਈ ਇਹ ਲਿਮਿਟ ਪ੍ਰਾਪਤ ਕਰਨ ਲਈ ਇਹ ਸਮਝਣ ਦਾ ਸਭ ਤੋਂ ਸੌਖਾ ਤਰੀਕਾ ਹੈ y ਦੇ ਸੰਬੰਧ ਵਿੱਚ y ਦੇ ਪੈਰਲਲ ਇੱਕ ਲਾਈਨ ਖਿੱਚੋ ਅਤੇ ਫਿਰ ਅਸੀਂ ਵੇਖਦੇ ਹਾਂ ਕਿ ਇਹ ਲਾਈਨ ਇੱਥੇ ਵੀ ਇੱਕ x ਤੇ ਦਾਖਲ ਹੁੰਦੀ ਹੈ ਅਤੇ ਵੀ 2x ਤੇ ਬਾਹਰ ਜਾਂਦੀ ਹੈ। ਇਸ ਲਈ ਇਹ y ਦੀ ਦਿਸ਼ਾ ਵਿੱਚ ਸੀਮਾਵਾਂ ਹਨ ਅਤੇ ਫਿਰ ਅਜਿਹੀਆਂ ਰੇਖਾਵਾਂ x ਤੋਂ a ਦੇ ਇਕੁਅਲ ਗੋਜ਼ ਹਨ ਅਤੇ ਹਰ ਜਗ੍ਹਾ x ਤੱਕ b ਦੇ ਇਕੁਅਲ ਹੁੰਦਾ ਹੈ। ਇਹ ਪਹਿਲਾ ਇੰਟੀਗਰਲ ਹੈ ਜੋ y ਉੱਤੇ ਲਿਆ ਜਾਂਦਾ ਹੈ। ਇਸ ਲਈ y ਦਿਸ਼ਾ ਲਈ ਸਾਡੇ ਕੋਲ ਇੱਥੇ ਸੀਮਾਵਾਂ ਹਨ ਵੀ ਇੱਕ x ਤੋਂ a ਵੀ 2 x। ਇਸ ਲਈ y ਦੀ ਦਿਸ਼ਾ ਵਿੱਚ ਵੀ ਇੱਕ x ਤੋਂ ਵੀ 2x। ਇਸ ਲਈ ਇਹ ਫਸਟ ਇੰਟੀਗਰਲ ਹੋਣਾ ਇਹ ਦੁਬਾਰਾ ਇੱਕ ਸਿੰਗਲ ਇੰਟੀਗਰਲ ਹੈ ਕਿਉਂਕਿ ਇਹ x ਅਸੀਂ ਇੱਥੇ ਨਹੀਂ ਛੂਹ ਰਹੇ ਹਾਂ। ਅਸੀਂ y ਦੇ ਸੰਬੰਧ ਵਿੱਚ ਏਕੀਕਰਨ ਕਰ ਰਹੇ ਹਾਂ ਅਤੇ ਫਿਰ ਇਹਨਾਂ ਸੀਮਾਵਾਂ ਨੂੰ ਵੀ ਲੈ ਕੇ y ਇੱਕ x ਤੋਂ ਵੀ 2 ਮੁਆਫ ਕਰਨਾ ਵੀ ਇੱਕ x ਤੋਂ ਵੀ 2x ਅਤੇ ਫਿਰ ਇੱਕ ਵਾਰ ਜਦੋਂ ਅਸੀਂ ਇਸ ਇੰਟੀਗਰਲ ਨਾਲ ਪੂਰਾ ਕਰ ਲੈਂਦੇ ਹਾਂ ਤਾਂ ਅਸੀਂ x ਦੇ ਸੰਬੰਧ ਵਿੱਚ ਇੰਟੀਗਰੇਟ ਹੋ ਜਾਵਾਂਗੇ। ਇਸ ਲਈ ਹੁਣ x ਲਈ ਸੀਮਾਵਾਂ a ਤੋਂ b ਹਨ। x ਲਈ ਇੱਥੇ ਸੀਮਾਵਾਂ a ਤੋਂ b ਲਈ ਕੌਨਸਟੈਂਟ ਹਨ ਪਰ ਅੰਦਰੂਨੀ ਇੰਟੀਗਰਲ y ਲਈ ਸੀਮਾਵਾਂ x ਤੇ ਨਿਰਭਰ ਕਰਦੀਆਂ ਸਨ। ਇਸ ਲਈ ਵੀ ਇੱਕ x ਤੋਂ ਵੀ 2x। ਇਸ ਲਈ ਅਜਿਹੇ ਡੋਮੇਨ ਲਈ ਸੁਭਾਵਕ ਤੌਰ ਤੇ ਅਸੀਂ ਇਸ ਕ੍ਰਮ ਦੀ ਪਾਲਣਾ ਕਰਾਂਗੇ ਕਿਉਂਕਿ ਜੇ ਅਸੀਂ x ਦੇ ਸੰਬੰਧ ਵਿੱਚ ਪਹਿਲਾਂ ਅਸੀਂ ਇੰਟੀਗਰੇਟ ਕਰਦੇ ਹਾਂ ਦੂਜੇ ਪਾਸੇ ਚਲੇ ਜਾਂਦੇ ਹਾਂ ਤਾਂ ਇਹ ਸਮੱਸਿਆ ਹੋਵੇਗੀ ਕਿਉਂਕਿ ਸਾਡੇ ਕੋਲ ਇਸ ਪੂਰੇ ਇੰਟੀਗਰਲ ਜਾਂ ਪੂਰੇ ਡੋਮੇਨ ਦੀ ਇੰਨੀ ਵਧੀਆ ਨੁਮਾਇੰਦਗੀ ਨਹੀਂ ਹੈ। ਇਸ ਸਥਿਤੀ ਵਿੱਚ y ਦੀ ਇੱਥੇ ਉਚਿਤ ਸੀਮਾਵਾਂ ਹਨ ਵੀ ਇੱਕ x ਤੋਂ ਵੀ 2x ਅਤੇ ਫਿਰ x ਲਈ ਸਾਡੇ ਕੋਲ a ਤੋਂ b ਤੱਕ ਲਗਾਤਾਰ ਕੌਨਸਟੈਂਟ ਸੀਮਾਵਾਂ ਹਨ। ਇਸੇ ਤਰ੍ਹਾਂ ਕ੍ਰਮ ਸਾਨੂੰ ਅਜਿਹੇ ਡੋਮੇਨ ਲਈ ਪਾਲਣਾ ਕਰਨੀ ਚਾਹੀਦੀ ਹੈ। ਅਤੇ ਜੇ ਸਾਡੇ ਕੋਲ ਉਦਾਹਰਣ ਦੇ ਲਈ ਇਸ ਚਿੱਤਰ ਵਿੱਚ ਇੱਥੇ ਦਿੱਤਾ ਗਿਆ ਡੋਮੇਨ ਹੈ, ਇੱਥੇ ਇਹ ਕਰਵ ਹੈ ਜੋ ਇਸ y ਤੇ ਨਿਰਭਰ ਕਰਦਾ ਹੈ। ਸਾਡੇ ਕੋਲ ਵੀ ਇੱਕ y ਤੋਂ ਵੀ 2y ਹਨ ਅਤੇ ਫਿਰ y ਵਿੱਚ ਅਸੀਂ ਇੱਥੇ c ਤੋਂ d ਤੱਕ ਜਾ ਰਹੇ ਹਾਂ। ਇਸ ਲਈ ਇਹ ਪਹਿਲਾਂ ਦੇ ਮੁਕਾਬਲੇ ਬਿਲਕੁਲ ਦੂਜੇ ਪਾਸੇ ਹੈ ਅਤੇ ਇਸ ਕੇਸ ਲਈ ਸਾਡੇ ਕੋਲ ਇਹ f(x) ਅਤੇ y ਪਰਿਭਾਸ਼ਿਤ ਹੈ ਅਤੇ ਬਾਉਂਡਡ ਅਤੇ ਵੀ 1 ਅਤੇ ਵੀ 2 ਨਿਰੰਤਰ ਹਨ। ਇਸ ਸਥਿਤੀ ਵਿੱਚ ਅਜਿਹੇ
ਡੋਮੇਨ ਉੱਤੇ ਇਸ f(x, y) ਦਾ ਇਹ ਇੰਟੀਗਰਲ ਹੁਣ ਅਸੀਂ x ਦੇ ਸੰਬੰਧ ਵਿੱਚ ਪਹਿਲਾਂ ਇੰਟੀਗਰੇਟ ਕਰਾਂਗੇ। ਇਸ ਲਈ ਇਸ ਮਾਮਲੇ ਵਿੱਚ ਅਸੀਂ ਹੁਣ ਚਰਚਾ ਕਰਾਂਗੇ ਜਾਂ ਅਸੀਂ x ਦੇ ਸੰਬੰਧ ਵਿੱਚ ਪਹਿਲਾਂ ਲਵਾਂਗੇ। ਇਸ ਲਈ ਇੱਥੇ ਸੀਮਾਵਾਂ ਲਈ ਅਸੀਂ ਇਸ v1 ਤੋਂ v2 ਤੱਕ ਜਾ ਰਹੇ ਹਾਂ ਅਤੇ ਅਜਿਹੀਆਂ ਲਾਈਨਾਂ ਦਾ ਹੁਣ ਇਸ c ਤੋਂ ਵੱਖਰਾ ਹੋਣਾ ਉਹ c ਤੋਂ d ਤੱਕ ਜਾਣਗੀਆਂ ਤਾਂ ਜੋ ਅਸੀਂ ਆਸਾਨੀ ਨਾਲ ਕੰਪਿਊਟ ਕਰ ਸਕੀਏ। x ਅਤੇ y ਲਈ ਸੀਮਾਵਾਂ ਲਗਾਓ। ਅਤੇ ਇਸ ਮਾਮਲੇ ਵਿੱਚ ਫਸਟ ਇੰਟੀਗਰਲ ਜਿਵੇਂ I ਕਿਹਾ, ਅਸੀਂ x ਦੇ ਸੰਬੰਧ ਵਿੱਚ ਕੰਪਿਊਟ ਕਰਾਂਗੇ। ਇਸ ਲਈ x ਲਈ ਸਾਡੇ ਕੋਲ v1 ਤੋਂ v2 ਹਨ। ਸਾਡੇ ਕੋਲ v1 ਅਤੇ v2 ਹਨ ਅਤੇ ਇੱਕ ਵਾਰ ਸਾਡੇ ਕੋਲ ਇਹ ਇੰਟੀਗਰਲ ਹੈ ਜੋ y ਦਾ ਇਹ ਫੰਕਸ਼ਨ ਹੋਵੇਗਾ। ਇਸ ਲਈ ਅਸੀਂ y ਦੇ ਸੰਬੰਧ ਵਿੱਚ ਇੰਟੀਗਰੇਟ ਕਰਾਂਗੇ ਅਤੇ y ਦੀਆਂ ਸੀਮਾਵਾਂ c ਤੋਂ d ਹੋਣਗੀਆਂ। ਇਸ ਲਈ ਦੁਬਾਰਾ ਇਸ ਮਾਮਲੇ ਵਿੱਚ ਸਾਨੂੰ ਇਹ ਵੇਖਣਾ ਪਏਗਾ ਕਿ ਹੁਣ ਕਿਹੜਾ ਇੱਕ ਸੁਵਿਧਾਜਨਕ ਹੈ। ਇਸ ਲਈ ਸਾਡੇ ਕੋਲ ਇਹ ਹੈ, ਪਹਿਲਾਂ ਸਾਨੂੰ x ਦੇ ਸੰਬੰਧ ਵਿੱਚ ਇੰਟੀਗਰਲ ਹੋਣ ਦੀ ਜ਼ਰੂਰਤ ਹੈ ਕਿਉਂਕਿ ਹੁਣ ਇਹ ਸੀਮਾਵਾਂ ਪ੍ਰਾਪਤ ਕਰਨਾ ਬਹੁਤ ਸੌਖਾ ਹੈ। ਅਤੇ y ਲਈ ਅਸੀਂ c ਤੋਂ d ਤੱਕ ਸੀਮਾਵਾਂ ਲਗਾਵਾਂਗੇ। ਇਸ ਮਾਮਲੇ ਵਿੱਚ ਅਸੀਂ ਇਹ ਵੀ ਵੇਖਿਆ ਹੈ ਕਿ ਅਸੀਂ ਇੰਟੀਗਰਲਸ ਦਾ ਆਸਾਨੀ ਨਾਲ ਮੁਲਾਂਕਣ ਕਰ ਸਕਦੇ ਹਾਂ ਕਿਉਂਕਿ ਇੱਕ ਵਾਰ ਜਦੋਂ ਸਾਡੇ ਕੋਲ ਇਹ ਸੀਮਾਵਾਂ ਹੋਣ ਤਾਂ ਅਸੀਂ ਸਿੰਗਲ ਇੰਟੀਗਰੇਲਸ ਤੇ ਵਾਪਸ ਜਾ ਰਹੇ ਹਾਂ ਜਿਸ ਦਾ ਮੁਲਾਂਕਣ ਕਰਨਾ ਅਸੀਂ ਜਾਣਦੇ ਹਾਂ। ਇਸ ਲਈ ਇੱਥੇ ਉਦਾਹਰਣ ਤੇ ਚੱਲੀਏ। ਇਸ ਲਈ ਪਹਿਲਾ ਉਦਾਹਰਣ, ਸਾਡੇ ਕੋਲ ਇਹ ਇੰਟੀਗਰੈਂਡ xy ਹੈ ਅਤੇ x + y dA ਨਾਲ ਗੁਣਾ ਕੀਤਾ ਹੈ ਅਤੇ ਅਸੀਂ ਕੰਪਿਊਟ ਕਰਾਂਗੇ ਕਿ ਇੱਥੇ ਵੈਲਿਊ ਕੀ ਹੈ ਅਤੇ ਇਹ ਰੀਜਨ R ਲਾਈਨ ਨਾਲ ਬਾਉਂਡਡ ਹੈ, y x ਦੇ ਇਕੁਅਲ ਹੈ ਅਤੇ ਕਰਵ y x ਸਕੁਏਅਰ ਦੇ ਇਕੁਅਲ ਹੈ। ਸਾਡੇ ਕੋਲ ਇੱਥੇ ਇਹ ਲਾਈਨ ਹੈ ਅਤੇ ਪੈਰਾਬੋਲਾ y x ਸਕੁਏਅਰ ਦੇ ਇਕੁਅਲ ਹੈ। ਇਸ ਲਈ ਜੇ ਅਸੀਂ ਖਿੱਚਦੇ ਹਾਂ, I ਮਤਲਬ ਹੈ ਕਿ ਇਹ ਪਹਿਲਾ ਸਟੈਪ ਹੈ ਜੋ ਸਾਨੂੰ ਇੰਟੀਗਰੇਸ਼ਨ ਦਾ ਰੀਜਨ ਖਿੱਚਣਾ ਪੈਂਦਾ ਹੈ ਅਤੇ ਕਈ ਵਾਰ ਇਹ ਮੁਸ਼ਕਲ ਭਾਗ ਹੁੰਦਾ ਹੈ। ਇਸ ਲਈ ਇੱਥੇ ਸਾਡੇ ਕੋਲ y x ਲਾਈਨ ਦੇ ਇਕੁਅਲ ਹੈ, ਇਹ y ਹੈ x ਲਾਈਨ ਦੇ ਇਕੁਅਲ ਹੈ ਅਤੇ ਫਿਰ ਸਾਡੇ ਕੋਲ x ਸਕੁਏਅਰ ਇਸ ਪੈਰਾਬੋਲਾ ਦੇ ਇਕੁਅਲ y ਹੈ। ਇਸ ਲਈ ਉਹ ਆਪਸ ਵਿੱਚ ਇੰਟਰਸੈਕਟ ਹਨ ਕਿਉਂਕਿ y x ਦੇ ਇਕੁਅਲ ਹੁੰਦਾ ਹੈ ਅਤੇ y x ਸਕੁਏਅਰ ਦੇ ਇਕੁਅਲ ਹੁੰਦਾ ਹੈ। ਜੇ ਅਸੀਂ ਇੱਥੇ ਹੱਲ ਕਰਦੇ ਹਾਂ ਤਾਂ y x ਦੇ ਇਕੁਅਲ ਹੁੰਦਾ ਹੈ ਤਾਂ y x ਦੇ ਇਕੁਅਲ ਹੁੰਦਾ ਹੈ। ਇਸ ਲਈ ਇੱਥੇ ਸਾਡੇ ਕੋਲ x ਅਤੇ x - 1 0 ਦੇ ਇਕੁਅਲ ਹੈ। ਇਸ ਲਈ x 0 ਦੇ ਇਕੁਅਲ ਹੈ ਅਤੇ x 1 ਦੇ ਇਕੁਅਲ ਹੈ। ਇਹਨਾਂ ਦੋ ਬਿੰਦੂਆਂ ਤੇ ਉਹ ਆਪਸ ਵਿੱਚ ਇੰਟਰਸੈਕਟ ਹਨ। ਇਸ ਲਈ x 0 ਦੇ ਇਕੁਅਲ ਹੈ। ਸਾਡੇ ਕੋਲ ਸੁਭਾਵਕ ਤੌਰ ਤੇ y 0 ਵੀ ਹੈ। ਇਸ ਲਈ ਇਹ ਇੰਟਰਸੈਕਸ਼ਨ ਦਾ ਪੁਆਇੰਟ ਹੈ ਅਤੇ ਦੂਜਾ ਜਦੋਂ x 1 y ਦੇ ਇਕੁਅਲ ਹੁੰਦਾ ਹੈ ਤਾਂ 1 ਵੀ ਹੁੰਦਾ ਹੈ। ਇਸ ਲਈ ਇਹ ਇੱਕ ਹੋਰ ਪੁਆਇੰਟ ਹੈ। ਇਹ ਉਹ ਏਰੀਆ ਹੈ ਜਿਸਨੂੰ ਅਸੀਂ ਇੰਟੀਗਰੇਸ਼ਨ ਦਾ ਏਰੀਆ ਕਹਿੰਦੇ ਹਾਂ। ਇਸ ਰੀਜਨ ਜਾਂ ਇੰਟੀਗਰੇਸ਼ਨ ਦੇ ਰੀਜਨ ਵਿੱਚ ਅਸੀਂ ਹੁਣ ਦਿੱਤੇ ਗਏ ਫੰਕਸ਼ਨ ਨੂੰ ਇੰਟੀਗਰੇਟ ਕਰਾਂਗੇ xy ਨੂੰ x + y ਨਾਲ ਅਤੇ ਇਸ dA ਨਾਲ ਗੁਣਾ ਕੀਤਾ। ਇਸ ਨਾਲ ਸਾਡੇ ਕੋਲ ਇਹ ਸੰਭਾਵਨਾਵਾਂ ਹਨ ਕਿ ਅਸੀਂ ਪਹਿਲਾਂ y ਦੇ ਸੰਬੰਧ ਵਿੱਚ ਇੰਟੀਗਰਲ ਨੂੰ ਲੈਂਦੇ ਹਾਂ। ਇਸ ਲਈ y ਦੇ ਸੰਬੰਧ ਵਿੱਚ ਇੰਟੀਗਰਲ ਲੈਂਦੇ ਹੋਏ ਅਸੀਂ y ਦੇ ਸੰਬੰਧ ਵਿੱਚ ਲਵਾਂਗੇ। ਇਸ ਲਈ ਅਸੀਂ ਇੱਥੇ y ਦੇ ਪੈਰਲਲ ਇਹ ਲਾਈਨ ਖਿੱਚਾਂਗੇ। ਲਾਈਨ y ਧੁਰੇ ਦੇ ਇਕੁਅਲ ਹੈ। ਇਸ ਲਈ ਇਹ ਲਾਈਨ ਹੈ। ਇਸ ਲਈ ਹੁਣ ਅਸੀਂ ਵੇਖਾਂਗੇ ਕਿ ਇਹ ਇੱਥੇ x ਸਕੁਏਅਰ ਤੇ ਦਾਖਲ ਹੁੰਦਾ ਹੈ ਅਤੇ ਇਹ ਡੋਮੇਨ ਨੂੰ ਇਸ ਤੇ ਛੱਡਦਾ ਹੈ। y x ਲਾਈਨ ਦੇ ਇਕੁਅਲ ਹੈ ਅਤੇ ਇਹ ਡੋਮੇਨ ਵਿੱਚ ਹਰ ਥਾਂ ਤੇ ਕਿਸੇ ਵੀ ਪੁਆਇੰਟ ਤੇ ਸਹੀ ਹੈ। ਤੁਸੀਂ ਇਸ ਲਾਈਨ ਨੂੰ y ਧੁਰੇ ਦੇ ਪੈਰਲਲ ਖਿੱਚੋ। ਇਹ y ਦੁਆਰਾ ਦਾਖਲ ਹੋਵੇਗਾ ਜੋ x ਸਕੁਏਅਰ ਦੇ ਇਕੁਅਲ ਹੈ ਅਤੇ ਇਹ ਡੋਮੇਨ ਨੂੰ y ਤੇ ਛੱਡ ਦੇਵੇਗਾ x ਲਾਈਨ ਦੇ ਇਕੁਅਲ ਹੈ ਅਤੇ ਫਿਰ ਅਜਿਹੀਆਂ ਲਾਈਨਾਂ ਦਾ x ਤੋਂ ਵੱਖਰਾ ਹੋਣਾ ਜੋ 0 ਤੋਂ x ਤੋਂ 1 ਦੇ ਇਕੁਅਲ ਹਨ। ਇਸ ਲਈ ਪਹਿਲਾਂ ਅਸੀਂ ਇੱਥੇ y ਲਈ ਲਿਮਿਟ ਭਰਾਂਗੇ ਕਿਉਂਕਿ ਅਸੀਂ y x ਦੇ ਸੰਬੰਧ ਵਿੱਚ ਦੇ ਲਈ ਪਹਿਲਾਂ ਇੰਟੀਗਰੇਟ ਕਰਨ ਜਾ ਰਹੇ ਹਾਂ। ਉਦਾਹਰਣ ਲਈ ਇਸ ਕੇਸ ਵਿੱਚ ਹੁਣ ਅਤੇ ਇਸ ਲਈ ਇੱਥੇ y ਦੀ ਲਿਮਿਟ x ਸਕੁਏਅਰ ਹੋਵੇਗੀ ਕਿਉਂਕਿ ਇਸ ਪੁਆਇੰਟ ਤੇ ਜਦੋਂ ਇਹ ਡੋਮੇਨ ਵਿੱਚ ਦਾਖਲ ਹੁੰਦਾ ਹੈ ਇਹ x ਸਕੁਏਅਰ ਹੈ। ਇਸ ਲਈ ਇੱਥੇ ਸਾਡੇ ਕੋਲ ਇਹ y x ਸਕੁਏਅਰ ਦੇ ਇਕੁਅਲ ਹੈ ਅਤੇ ਫਿਰ ਜਦੋਂ ਅਸੀਂ ਡੋਮੇਨ ਨੂੰ ਛੱਡ ਦਿੰਦੇ ਹਾਂ ਤਾਂ ਇਹ y x ਦੇ ਇਕੁਅਲ ਹੁੰਦਾ ਹੈ। ਇਸ ਲਈ ਸਾਡੇ ਕੋਲ y x ਦੇ ਇਕੁਅਲ ਹੁੰਦਾ ਹੈ। ਇਸ ਲਈ ਇਹ ਉਹ ਸੀਮਾਵਾਂ ਹਨ ਜੋ ਅਸੀਂ ਇੱਥੇ xy x + y ਨਾਲ ਇੰਟੀਗਰੇਟ ਕੀਤੀਆਂ ਹਨ ਅਤੇ ਅਸੀਂ d ਦੇ ਸੰਬੰਧ ਵਿੱਚ y ਇੰਟੀਗਰੇਟ ਕਰਾਂਗੇ। ਇਸ ਲਈ ਇੱਕ ਵਾਰ ਜਦੋਂ ਅਸੀਂ ਇਸ ਨੂੰ ਏਕੀਕ੍ਰਿਤ ਕਰ ਲੈਂਦੇ ਹਾਂ ਤਾਂ ਸਾਨੂੰ x ਦੇ ਸੰਬੰਧ ਵਿੱਚ ਇੰਟੀਗਰੇਟ ਕਰਨਾ ਪਏਗਾ ਅਤੇ x ਸੀਮਾਵਾਂ ਸਪਸ਼ਟ ਹਨ ਕਿਉਂਕਿ ਇਹ ਲਾਈਨਾਂ ਜੋ ਅਸੀਂ ਇੱਥੇ ਖਿੱਚੀਆਂ ਹਨ
ਉਹ x ਤੋਂ 0 ਦੇ ਇਕੁਅਲ ਜਾ ਰਹੇ ਹਨ, x 1 ਦੇ ਇਕੁਅਲ ਹੈ ਅਤੇ ਫਿਰ ਅਸੀਂ ਪੂਰੇ ਡੋਮੇਨ ਦੀ ਅਦਲਾ ਬਦਲੀ ਕਰ ਰਹੇ ਹਾਂ। ਇਸ ਲਈ ਇੱਥੇ x 0 ਦੇ ਇਕੁਅਲ ਤੋਂ x 1 ਦੇ ਇਕੁਅਲ ਹੈ। x ਲਈ ਸੀਮਾਵਾਂ ਹਨ। ਇਸ ਲਈ x 0 ਦੇ ਇਕੁਅਲ ਤੋਂ x 1 ਦੇ ਇਕੁਅਲ ਹੈ, ਜਾਂ ਜੋ ਅਸੀਂ ਕਰ ਸਕਦੇ ਹਾਂ, ਅਸੀਂ ਸੀਮਾਵਾਂ ਨੂੰ ਦੂਜੇ ਪਾਸੇ ਵੀ ਲੈ ਸਕਦੇ ਹਾਂ। ਇਸ ਲਈ ਜੇ ਅਸੀਂ ਕੰਸੀਡਰ ਕਰੀਏ, ਉਦਾਹਰਣ ਦੇ ਲਈ ਪਹਿਲਾਂ x ਦੇ ਸੰਬੰਧ ਵਿੱਚ ਜੋ ਸਾਨੂੰ ਕਰਨਾ ਚਾਹੀਦਾ ਹੈ ਉਹ ਇਸ x ਤੁਰੇ ਦੇ ਪੈਰਲਲ ਇੱਕ ਲਾਈਨ ਖਿੱਚੀਏ ਅਤੇ ਇਹ ਲਾਈਨ ਇੱਥੇ y ਤੇ ਦਾਖਲ ਹੋ ਰਹੀ ਹੈ ਜੋ x ਦੇ ਇਕੁਅਲ ਹੈ ਅਤੇ ਇਸ ਰੀਜਨ ਨੂੰ y ਤੇ ਛੱਡ ਕੇ x ਸਕੁਅਰ ਦੇ ਇਸ ਪੈਰਾਬੋਲਾ ਦੇ ਇਕੁਅਲ ਹੈ। ਇੱਥੇ ਦਾਖਲ ਹੁੰਦੇ ਸਮੇਂ ਅਸੀਂ x ਦੀ ਲਿਮਿਟ ਭਰ ਰਹੇ ਹਾਂ, ਇਸ ਲਈ ਇੱਥੇ x y ਦੇ ਇਕੁਅਲ ਹੈ ਜੋ ਕਿ ਐਂਟਰੀ ਪੁਆਇੰਟ ਹੈ। ਇਸ ਲਈ x y ਦੇ ਇਕੁਅਲ ਹੈ ਜੋ ਲਿਮਿਟ ਹੈ ਅਤੇ ਇਹ ਤੇ ਛੱਡ ਰਿਹਾ ਹੈ। ਇੱਥੇ ਇਸ y x ਸਕੁਅਰ ਦੇ ਇਕੁਅਲ ਹੈ। ਅਸੀਂ x y ਦੇ ਸਕੁਅਰ ਰੂਟ ਦੇ ਇਕੁਅਲ ਲੈ ਸਕਦੇ ਹਾਂ। ਇਸ ਲਈ ਅਸੀਂ ਇੱਥੇ ਡੋਮੇਨ ਨੂੰ x ਤੇ ਛੱਡ ਰਹੇ ਹਾਂ ਜੋ y ਦੇ ਸਕੁਅਰ ਰੂਟ ਦੇ ਇਕੁਅਲ ਹੈ। ਇਸ ਲਈ ਇਹ ਹੁਣ x ਲਈ ਸੀਮਾਵਾਂ ਹਨ ਅਤੇ ਹੁਣ ਅਜਿਹੀਆਂ ਲਾਈਨਾਂ ਦਾ ਇਸ ਤੋਂ ਵੱਖਰਾ ਹੋਣਾ y 0 ਦੇ ਇਕੁਅਲ ਤੋਂ y 1 ਦੇ ਇਕੁਅਲ ਹੈ। ਇਸ ਲਈ ਇਹ y ਲਈ ਲਿਮਿਟ ਹੋਵੇਗੀ। ਇਸ ਲਈ ਇੱਥੇ y ਸੀਮਾਵਾਂ ਲਈ ਸਾਡੇ ਕੋਲ y 0 ਤੋਂ 1 ਜਾਂ x ਲਿਮਿਟ ਲਈ ਸਾਡੇ ਕੋਲ y ਤੋਂ ਸਕੁਅਰ ਰੂਟ y ਹੈ। ਇਸ ਲਈ ਇਸ ਸਥਿਤੀ ਵਿੱਚ ਸਾਡੇ ਕੋਲ ਜਾਂ ਤਾਂ ਪਹਿਲਾਂ y ਦੇ ਸੰਬੰਧ ਵਿੱਚ ਲੈਣ ਦੀ ਸੰਭਾਵਨਾ ਹੈ, ਫਿਰ x ਦੇ ਸੰਬੰਧ ਵਿੱਚ ਜਾਂ ਦੂਜੇ ਪਾਸੇ। ਤਾਂ ਆਓ ਪਹਿਲਾਂ ਇੱਕ ਲਈਏ ਅਤੇ ਫਿਰ ਇਸ ਇੰਟੀਗਰਲ ਨੂੰ ਕੰਪਿਊਟ ਕਰੀਏ। ਇਸ ਲਈ ਅਸੀਂ ਪਹਿਲਾਂ ਇੱਕ ਲਵਾਂਗੇ ਅਤੇ ਫਿਰ ਇਸ ਨੂੰ ਲੈਂਦੇ ਹੋਏ ਅਸੀਂ ਹੁਣ ਇੰਟੀਗਰੇਟ ਕਰਾਂਗੇ। ਇਸ ਲਈ ਅੰਦਰੂਨੀ ਇੰਟੀਗਰਲ ਦੇ ਇਸ ਇੰਟੀਗ੍ਰੇਸ਼ਨ ਦੇ ਬਾਅਦ ਅਸੀਂ ਇਸ ਨੂੰ ਪ੍ਰਾਪਤ ਕਰਾਂਗੇ। ਇਸ ਤਰ੍ਹਾਂ ਅਸੀਂ ਕਰ ਰਹੇ ਹਾਂ। ਇਸ ਲਈ ਅੰਦਰੂਨੀ ਦਾ ਇਹ ਇੰਟੀਗਰਲ ਸਾਡੇ ਕੋਲ ਇਹ 0 ਤੋਂ 1 ਅਤੇ ਫਿਰ x ਸਕੁਅਰ ਤੋਂ x ਦਾ ਇੰਟੀਗਰਲ ਹੈ ਅਤੇ ਇੰਟੀਗਰੈਂਡ x ਸਕੁਅਰ y ਹੈ ਅਤੇ dy ਦੇ ਸੰਬੰਧ ਵਿੱਚ ਅਤੇ ਫਿਰ dx ਪਲੱਸ x y ਸਕੁਅਰ ਹੈ। ਇਸ ਲਈ ਇਹ 0 ਤੋਂ 1 ਹੈ ਅਤੇ ਇਹ ਹੁਣ ਅਸੀਂ y ਦੇ ਸੰਬੰਧ ਵਿੱਚ ਇੰਟੀਗਰੇਟ ਕਰਾਂਗੇ। ਇਸ ਲਈ ਸਾਡੇ ਕੋਲ x ਸਕੁਅਰ ਅਤੇ y ਸਕੁਅਰ ਬਾਏ 2 ਹੋਣਗੇ। ਫਿਰ ਸਾਡੇ ਕੋਲ x ਅਤੇ y ਘਨ ਬਾਏ 3 ਹੋਣਗੇ ਜੋ ਕਿ ਇੱਕ ਇੰਟੀਗਰਲ ਹੈ ਅਤੇ ਫਿਰ ਅਸੀਂ x ਸਕੁਅਰ ਤੋਂ ਲਿਮਿਟ ਭਰਾਂਗੇ। ਇਸ ਲਈ x ਸਕੁਅਰ ਤੋਂ x ਅਤੇ ਫਿਰ ਸਾਡੇ ਕੋਲ ਬਾਹਰੀ ਇੰਟੀਗਰਲ dx ਹੈ। ਇਸ ਲਈ ਇਹ 0 ਤੋਂ 1 ਹੋਵੇਗਾ। ਜਦੋਂ ਅਸੀਂ ਉੱਥੇ x ਰੱਖਦੇ ਹਾਂ ਤਾਂ ਸਾਡੇ ਕੋਲ x ਪਾਵਰ 4 ਬਾਏ 2 ਹੋਣਗੇ ਅਤੇ ਫਿਰ ਸਾਡੇ ਕੋਲ x ਪਾਵਰ 4 ਵੀ ਹੋਣਗੇ ਕਿਉਂਕਿ y ਨੂੰ ਬਦਲ ਦਿੱਤਾ ਗਿਆ ਹੈ। ਇਹ x y ਲਈ ਫਿਰ 3 ਅਤੇ ਫਿਰ ਇਸ x ਲਈ ਮਾਈਨਸ ਲਈ ਬਦਲਿਆ ਗਿਆ ਹੈ। ਇਸ ਲਈ ਸਾਡੇ ਕੋਲ ਇੱਥੇ x ਹੈ। ਜਦੋਂ ਅਸੀਂ x ਸਕੁਅਰ ਨੂੰ ਸਬਸਟੀਟਿਊਟ ਕਰਦੇ ਹਾਂ, ਮੁਆਫ ਕਰਨਾ, ਤਾਂ ਇੱਥੇ ਅਸੀਂ x ਸਕੁਅਰ ਨੂੰ ਸਬਸਟੀਟਿਊਟ ਕਰਾਂਗੇ। ਇਸ ਲਈ ਸਾਡੇ ਕੋਲ x ਪਾਵਰ 6 ਅਤੇ ਬਾਏ 2 ਹੋਣਗੇ ਅਤੇ ਸਾਨੂੰ ਇੱਥੇ x ਪਾਵਰ 7 x ਪਾਵਰ 7 ਬਾਏ 3 ਵੀ ਮਿਲਣਗੇ। ਇਸ ਲਈ ਹੁਣ ਇਹ ਇੱਕ ਇਸ ਦੀ 5x ਪਾਵਰ 4 5x ਪਾਵਰ 4 ਬਾਏ 6 ਹੈ ਜੋ ਕਿ ਇੱਥੇ ਇਹ ਮਿਆਦ x ਪਾਵਰ 6 ਬਾਏ 2 ਹੈ। ਸਾਡੇ ਕੋਲ ਇੱਥੇ x ਪਾਵਰ 7 ਬਾਏ 3 ਹੈ। ਸਾਡੇ ਕੋਲ ਮਿਆਦ ਹੈ। ਇਹ ਪਹਿਲਾ ਇੰਟੀਗ੍ਰੇਸ਼ਨ ਦੇ ਬਾਅਦ ਹੈ ਅਤੇ ਹੁਣ ਦੁਬਾਰਾ ਇਹ ਸਿੰਗਲ ਇੰਟੀਗਰਲ ਹੈ। ਇਸ ਲਈ x ਦੇ ਸੰਬੰਧ ਵਿੱਚ ਅਸੀਂ ਇਸ ਨੂੰ ਦੁਬਾਰਾ ਇੰਟੀਗਰੇਟ ਕਰ ਸਕਦੇ ਹਾਂ ਅਤੇ ਅਸੀਂ ਇਹ ਨੰਬਰ ਪ੍ਰਾਪਤ ਕਰਾਂਗੇ ਕਿਉਂਕਿ ਇੱਥੋਂ ਸਾਨੂੰ x 5 ਬਾਏ 5 ਮਿਲੇਗਾ ਅਤੇ ਇਹ 5 ਕੈਂਸਲ ਹੋ ਜਾਵੇਗੇ। ਅਸੀਂ ਇੱਥੇ 1 ਬਾਏ 6 ਪ੍ਰਾਪਤ ਕਰਾਂਗੇ, ਸਾਨੂੰ x ਪਾਵਰ 7 ਬਾਏ 7 ਮਿਲੇਗਾ। ਇਸ ਲਈ ਜਦੋਂ ਅਸੀਂ ਇੱਥੇ ਲਿਮਿਟ ਰੱਖਦੇ ਹਾਂ, ਸਿਰਫ ਇਹ x 1 ਦੇ ਬਰਾਬਰ ਯੋਗਦਾਨ ਪਾਉਂਦਾ ਹੈ, ਪਰ x 0 ਦੇ ਬਰਾਬਰ ਇਸ ਨੂੰ 0 ਬਣਾ ਦੇਵੇਗਾ। ਇਸ ਲਈ ਇੱਥੇ x 7 ਬਾਏ 7 ਇਸ ਲਈ 7 into 2 14 ਹੈ ਅਤੇ ਫਿਰ x 7 ਜਦੋਂ ਅਸੀਂ ਲਿਮਿਟ ਰੱਖਦੇ ਹਾਂ ਇਹ ਇੱਥੇ 1 ਬਣ ਜਾਏਗਾ। ਨਾਲ ਹੀ ਸਾਡੇ ਕੋਲ x ਪਾਵਰ 8 ਓਵਰ 8 ਹੈ। ਇਸ ਲਈ ਇਹ 8 into 3 24 ਹੈ ਅਤੇ ਇਹ ਉੱਥੇ ਇੱਕ ਇਹ ਹੈ। ਇਸ ਲਈ ਇਹ ਉਹ ਵੈਲਿਊ ਹੈ ਜਿੱਥੇ ਅਸੀਂ ਇਸ ਨੂੰ ਸਰਲ ਬਣਾ ਸਕਦੇ ਹਾਂ। ਇਹ 3 ਬਾਏ 56 ਹੋ ਜਾਵੇਗਾ। ਤਾਂ ਇਹ ਡਬਲ ਇੰਟੀਗਰਲ ਦੀ ਵੈਲਿਊ ਹੈ, ਪਹਿਲਾਂ y ਦੇ ਸੰਬੰਧ ਵਿੱਚ ਅਤੇ ਫਿਰ x ਦੇ ਸੰਬੰਧ ਵਿੱਚ ਇੰਟੀਗਰੇਲ ਨੂੰ ਲੈ ਕੇ ਅਸੀਂ ਦੂਜੇ ਪਾਸੇ ਵੀ ਕਰ ਸਕਦੇ ਹਾਂ। ਇਸ ਲਈ ਇੱਥੇ ਇੱਕ ਹੋਰ ਉਦਾਹਰਣ, ਅਸੀਂ ਹੁਣ ਇਸ ਰੀਜਨ R ਉੱਤੇ ਇਸੀ ਪਾਵਰ 2x ਪਲੱਸ 3y ਦਾ ਮੁਲਾਂਕਣ ਕਰਨਾ ਚਾਹੁੰਦੇ ਹਾਂ ਅਤੇ R ਰੀਜਨ x ਤੁਰੇ ਨਾਲ ਬਾਉਂਡਡ ਹੈ। ਇਸ ਲਈ x 0 y ਤੁਰੇ ਦੇ ਇਕੁਅਲ ਹੈ, y 0 ਦੇ ਇਕੁਅਲ ਹੈ। ਸਾਡੇ ਕੋਲ x ਤੁਰਾ ਹੈ ਅਤੇ ਫਿਰ ਇਹ ਲਾਈਨ x ਪਲੱਸ y ਸੀ ਜੋ 1 ਦੇ ਇਕੁਅਲ ਹੈ। ਇਸ ਲਈ ਪਹਿਲਾ ਸਟੈਪ ਹਮੇਸ਼ਾ ਡੋਮੇਨ ਨੂੰ ਸਕੈਚ ਕਰਨਾ ਚਾਹੀਦਾ ਹੈ। ਇਸ ਲਈ ਜੇ ਅਸੀਂ ਡੋਮੇਨ ਰੱਖਦੇ ਹਾਂ ਤਾਂ ਸਾਡੇ ਕੋਲ x ਤੁਰਾ ਹੈ, ਸਾਡੇ ਕੋਲ y ਤੁਰਾ ਹੈ ਅਤੇ ਫਿਰ ਸਾਡੇ ਕੋਲ ਇੱਥੇ ਲਾਈਨ x ਪਲੱਸ y 1 ਦੇ ਇਕੁਅਲ ਹੈ। ਇਸ ਲਈ ਇਹ ਟਰਾਇਐਂਗੂਲਰ ਡੋਮੇਨ ਹੈ ਅਤੇ ਦੁਬਾਰਾ ਸੀਮਾਵਾਂ ਦਾ ਮੁਲਾਂਕਣ ਕਰਨਾ ਬਹੁਤ ਸਰਲ ਹੈ ਕਿ ਕੀ ਅਸੀਂ x ਦੀ ਦਿਸ਼ਾ ਵਿੱਚ ਪਹਿਲਾਂ ਲੈਂਦੇ ਹਾਂ ਜਾਂ ਅਸੀਂ y ਦੀ ਦਿਸ਼ਾ ਵਿੱਚ ਪਹਿਲਾਂ ਲੈਂਦੇ ਹਾਂ।
ਇਸ ਲਈ ਮੰਨ ਲਓ ਕਿ ਅਸੀਂ ਪਹਿਲਾਂ y ਦੀ ਦਿਸ਼ਾ ਲੈ ਰਹੇ ਹਾਂ। ਹੁਣ y ਧੁਰੇ ਦੇ ਪੈਰਲਲ ਲਾਈਨ ਖਿੱਚੋ ਅਤੇ ਫਿਰ ਅਸੀਂ ਵੇਖਾਂਗੇ ਕਿ ਇਹ ਲਾਈਨ ਇੱਥੇ 0 ਦੇ ਇਕੁਅਲ y ਵਿੱਚ ਦਾਖਲ ਹੁੰਦੀ ਹੈ ਅਤੇ ਇਹ ਡੋਮੇਨ ਨੂੰ ਦੇ ਇਕੁਅਲ ਹੈ y ਤੇ ਛੱਡਦਾ ਹੈ। ਇਸ ਲਈ ਇੱਥੇ ਸਾਡੇ ਕੋਲ y 1 x ਦੇ ਇਕੁਅਲ ਹੈ। ਇਸ ਲਈ ਸੀਮਾਵਾਂ ਹੋਣਗੀਆਂ y 0 ਦੇ ਇਕੁਅਲ ਤੋਂ y 1 x ਦੇ ਇਕੁਅਲ ਹੈ ਅਤੇ ਫਿਰ x ਦੀਆਂ ਸੀਮਾਵਾਂ ਤੋਂ 0 ਤੋਂ 1 ਹੋਣਗੀਆਂ ਫਿਰ x ਤੋਂ 0 ਤੋਂ 1 ਅਤੇ ਫਿਰ dx। ਇਸ ਲਈ ਇੰਟੀਗਰਲ ਦੀ ਗਣਨਾ ਕਰਨ ਦਾ ਇਹ ਇੱਕ ਤਰੀਕਾ ਹੈ, ਪਰ ਇਸ ਡੋਮੇਨ ਵਿੱਚ ਦੁਬਾਰਾ ਇਸ ਦੀਆਂ ਉਹੀ ਸੀਮਾਵਾਂ ਅਸੀਂ ਪ੍ਰਾਪਤ ਕਰ ਸਕਦੇ ਹਾਂ ਜਦੋਂ ਅਸੀਂ ਪਹਿਲਾਂ x ਦੇ ਸੰਬੰਧ ਵਿੱਚ ਇੰਟੀਗਰੇਟ ਕਰਦੇ ਹਾਂ ਤਾਂ ਪਹਿਲਾਂ x ਦੇ ਸੰਬੰਧ ਵਿੱਚ ਇੰਟੀਗਰੇਟ ਕਰ ਰਹੇ ਹਾਂ। ਸਾਡੇ ਕੋਲ x ਦੀਆਂ ਸੀਮਾਵਾਂ ਹੋਣਗੀਆਂ। ਇਸ ਲਈ ਅਸੀਂ ਇਸ x ਧੁਰੇ ਦੇ ਪੈਰਲਲ ਇਹ ਲਾਈਨ ਖਿੱਚਾਂਗੇ ਅਤੇ ਜੋ ਇੱਥੇ ਦਾਖਲ ਹੁੰਦਾ ਹੈ x 0 ਦੇ ਇਕੁਅਲ ਹੁੰਦਾ ਹੈ ਅਤੇ ਇੱਥੇ ਇਸ ਲਾਈਨ ਤੇ ਛੱਡਦਾ ਹੈ ਜਿੱਥੇ x ਦੀ ਵੈਲਿਊ ਹੁਣ 1 y ਹੋਵੇਗਾ। x ਇੱਥੋਂ 1 y ਹੋਵੇਗਾ ਅਤੇ ਫਿਰ ਅਸੀਂ y ਦੇ ਸੰਬੰਧ ਵਿੱਚ ਇੰਟੀਗਰੇਟ ਕਰ ਸਕਦੇ ਹਾਂ। ਇਸ ਲਈ y 0 ਤੋਂ 1 ਤੇ ਜਾਏਗਾ। ਇਸ ਲਈ y 0 ਤੋਂ 1 ਹੋ ਜਾਵੇਗਾ ਅਤੇ ਫਿਰ ਜਾਂ ਤਾਂ ਅਸੀਂ ਫਸਟ ਇੰਟੀਗਰਲ ਕਰ ਸਕਦੇ ਹਾਂ ਜਾਂ ਦੂਜਾ ਕੰਪਿਊਟ ਕਰ ਸਕਦੇ ਹਾਂ। ਇਸ ਲਈ ਆਓ ਪਹਿਲਾ ਇੱਕ ਲਈਏ। ਇਸ ਲਈ ਇਸ ਨੂੰ ਇੱਥੇ 0 ਤੋਂ 1 x ਅਤੇ ਇਹ x 0 ਤੋਂ 1 ਤੇ ਗੋਜ਼ ਹੈ। ਇਸ ਲਈ ਅਸੀਂ ਇਸ ਅੰਦਰੂਨੀ ਨੂੰ y ਦੇ ਸੰਬੰਧ ਵਿੱਚ ਇੰਟੀਗਰੇਟ ਕਰਾਂਗੇ। ਇਸ ਲਈ ਸਾਡੇ ਕੋਲ ਇੱਥੇ e ਪਾਵਰ 2x ਅਤੇ ਫਿਰ e ਪਾਵਰ 3y ਹੈ ਜੋ ਸਾਡਾ ਇੰਟੀਗਰੈਂਟ ਹੈ। ਇਸ ਲਈ ਅਸੀਂ y ਦੇ ਸੰਬੰਧ ਵਿੱਚ ਏਕੀਕਰਨ ਕਰ ਰਹੇ ਹਾਂ। ਇਸ ਦਾ ਮਤਲਬ ਹੈ ਕਿ ਇਸ 1 x dy ਅੰਦਰੂਨੀ ਦੇ ਇਸ ਇੰਟੀਗਰਲ ਤੋਂ ਬਾਅਦ। ਇਸ ਲਈ ਇੱਥੇ y a ਦੇ ਸੰਬੰਧ ਵਿੱਚ ਕੋਨਸਟੈਂਟ ਦੇ ਰੂਪ ਵਿੱਚ e ਪਾਵਰ 2x ਮਿਲੇਗਾ ਅਤੇ e ਪਾਵਰ 3y ਓਵਰ 3 ਬਣ ਜਾਵੇਗੀ ਅਤੇ ਫਿਰ ਇਹ ਲਿਮਿਟ 0 ਤੋਂ 1 x। ਇਸ ਲਈ ਜਦੋਂ ਅਸੀਂ ਇੱਥੇ ਉੱਪਰਲੀ ਲਿਮਿਟ ਰੱਖਦੇ ਹਾਂ ਤਾਂ ਸਾਨੂੰ e ਪਾਵਰ 3 3x ਅਤੇ ਫਿਰ ਇੱਥੇ -1 ਅਤੇ e ਪਾਵਰ 2x ਪ੍ਰਾਪਤ ਹੋਏਗਾ। ਇਸ ਲਈ ਇਹ ਅੰਦਰੂਨੀ ਇੱਕ ਫਸਟ ਇੰਟੀਗਰਲ ਹੈ ਅਤੇ ਹੁਣ ਅਸੀਂ ਨਾਲ ਹੀ ਇਸ ਨੂੰ ਵੀ ਇੰਟੀਗਰੇਟ ਕਰ ਸਕਦੇ ਹਾਂ ਕਿਉਂਕਿ ਇੱਥੇ ਇਹ ਸਿੰਗਲ ਸਧਾਰਨ ਇੰਟੀਗਰਲ ਹੈ। ਇਸ ਲਈ ਅਸੀਂ ਇੱਥੇ 1/3 ਪ੍ਰਾਪਤ ਕਰਾਂਗੇ ਅਤੇ ਫਿਰ ਉੱਥੇ -3 ਸਕੁਏਅਰ ਬਾਏ 2 c ਘਣ ਅਤੇ ਪਲੱਸ ਅੱਧਾ ਹੋਣਗੇ। ਜਦੋਂ ਅਸੀਂ ਇਸ ਸਧਾਰਨ ਇੰਟੀਗਰਲ ਨੂੰ ਇੰਟੀਗਰੇਟ ਕਰਦੇ ਹਾਂ ਅਸੀਂ ਇੱਥੇ e ਪਾਵਰ 2x ਨਾਲ ਗੁਣਾ ਕਰ ਸਕਦੇ ਹਾਂ। ਇਸ ਲਈ ਸਾਨੂੰ e ਪਾਵਰ 3 x ਅਤੇ ਫਿਰ ਇੱਥੇ e ਪਾਵਰ 2x ਮਿਲੇਗਾ ਜਿਸ ਨੂੰ ਅਸੀਂ ਇੰਟੀਗਰੇਟ ਕਰ ਸਕਦੇ ਹਾਂ ਅਤੇ ਲਿਮਿਟ 0 ਅਤੇ 1 ਰੱਖੋ ਅਤੇ ਸਾਨੂੰ ਇੱਥੇ ਇਹ ਨੰਬਰ ਮਿਲੇਗਾ। ਇਸ ਲਈ ਜਦੋਂ ਸਾਡੇ ਕੋਲ ਆਇਤਾਕਾਰ ਟਰਾਇਐਂਗੂਲਰ ਵਰਗਾ ਸਾਧਾਰਨ ਡੋਮੇਨ ਹੁੰਦਾ ਹੈ ਜਾਂ ਇੱਕ ਜੋ ਅਸੀਂ ਦੇਖ ਚੁੱਕੇ ਹਾਂ ਜੋ ਲਾਈਨ ਅਤੇ ਪੈਰਾਬੋਲਾ ਦੁਆਰਾ ਬਾਉਂਡਡ ਹੈ ਤਾਂ ਇਹਨਾਂ ਕੇਸਾਂ ਵਿੱਚ ਸੀਮਾਵਾਂ ਦਾ ਪਤਾ ਲਗਾਉਣਾ ਭਾਵੇਂ ਪਹਿਲਾਂ x ਦੇ ਸੰਬੰਧ ਵਿੱਚ ਅਤੇ ਫਿਰ y ਦੇ ਸੰਬੰਧ ਵਿੱਚ ਜਾਂ ਪਹਿਲਾਂ y ਦੇ ਸੰਬੰਧ ਵਿੱਚ ਅਤੇ ਫਿਰ ਕਿਸੇ ਵੀ ਤਰੀਕੇ ਨਾਲ x ਦੇ ਸੰਬੰਧ ਵਿੱਚ ਸੀਮਾਵਾਂ ਪ੍ਰਾਪਤ ਕਰਨਾ ਸਰਲ ਹੈ ਅਤੇ ਅਸੀਂ ਇਸ ਨੂੰ ਦੁਹਰਾਏ ਗਏ ਸਿੰਗਲ ਇੰਟੀਗਰਲਸ ਦੁਆਰਾ ਇੰਟੀਗਰਲਸ ਦਾ ਮੁਲਾਂਕਣ ਕਰ ਸਕਦੇ ਹਾਂ। ਇਸ ਲਈ ਕਨਕਲੂਜ਼ਨ ਇਹ ਨਿਕਲਦਾ ਹੈ ਕਿ ਅਸੀਂ ਡਬਲ ਇੰਟੀਗਰਲ ਦੀ ਪਰਿਭਾਸ਼ਾ ਵੀ ਵੇਖੀ ਹੈ ਅਤੇ ਜੋ ਵੋਲਿਊਮ ਨੂੰ ਦਰਸਾਉਂਦੀ ਹੈ ਜਾਂ ਜੇ ਅਸੀਂ ਇਸ ਫੰਕਸ਼ਨ ਨੂੰ ਇੱਕ ਹੋਣਾ ਕਹਿੰਦੇ ਹਾਂ ਤਾਂ ਇਹ ਡੋਮੇਨ D ਦੇ ਏਰੀਆ ਨੂੰ ਵੀ ਦਰਸਾ ਸਕਦਾ ਹੈ। ਸਭ ਤੋਂ ਮੁਸ਼ਕਲ ਹਿੱਸਾ ਆਮ ਤੌਰ ਤੇ ਅਨੇਕ ਇੰਟੀਗਰਲ ਦਾ ਮੁਲਾਂਕਣ ਕਰਨਾ ਇੰਟੀਗਰੇਸ਼ਨ ਦੀਆਂ ਸੀਮਾਵਾਂ ਨੂੰ ਲੱਭਣਾ ਹੁੰਦਾ ਹੈ ਪਰ ਉਹਨਾਂ ਮਾਮਲਿਆਂ ਵਿੱਚ ਜਿਨ੍ਹਾਂ ਬਾਰੇ ਅਸੀਂ ਅੱਜ ਵਿਚਾਰ ਕੀਤਾ ਹੈ ਉਹ ਸਧਾਰਨ ਜਿਓਮੈਟਰੀ ਸਨ ਅਤੇ ਅਸੀਂ ਆਸਾਨੀ ਨਾਲ ਇੰਟੀਗਰੇਸ਼ਨ ਦੀਆਂ ਸੀਮਾਵਾਂ ਨੂੰ ਲੱਭ ਸਕਦੇ ਹਾਂ ਅਤੇ ਇਸ ਇੰਟੀਗਰੇਸ਼ਨ ਦੇ ਰੀਜਨ ਦਾ ਸਕੈਚ ਮਹੱਤਵਪੂਰਨ ਹੈ ਕਿਉਂਕਿ ਰੀਜਨ ਦੇ ਚਿੱਤਰਣ ਤੋਂ ਬਿਨਾਂ ਅਸੀਂ ਡੋਮੇਨ ਦੀਆਂ ਸੀਮਾਵਾਂ ਦਾ ਵਿਚਾਰ ਪ੍ਰਾਪਤ ਨਹੀਂ ਕਰ ਸਕਦੇ। ਇਹ ਉਹ ਹਵਾਲੇ ਹਨ ਜੋ ਭਾਸ਼ਣਾਂ ਨੂੰ ਤਿਆਰ ਕਰਨ ਲਈ ਵਰਤੇ ਗਏ ਸਨ। ਧੰਨਵਾਦ।